ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਸਾਹਿਬ ਜੀਓ ਮਹਾਰਾਜ। ਸ੍ਰੀ ਨਾਨਕ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵਾ ਸ੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ੍ਰੀ ਅਰਜਨ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ। ਸ੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਦੋਹਰਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸੋਈ ਸਿੱਖਾ ਮੋਹਿ ਕੋ ਪਿਆਰੋ ਸਵਾਸ ਸਵਾਸ ਮੈਂ ਸਦਾ ਸਮਾਰੋ। ਬਸੀ ਰਹੋ ਤਿਸ ਕੈ ਸੰਗ ਹੋਏ ਪ੍ਰੇਮ ਫਾਸਤੇ ਐਂਚਤ ਜੋਏ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਤਖਤ ਚਾਵਰ ਛਤਰ ਦੇ ਮਾਲਕ ਸੁਤੇ ਪ੍ਰਕਾਸ਼ ਆਵਾਜ਼ ਸ਼ਬਦ ਜੁਗੋ ਜੁਗੇ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਕ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪੋ ਆਪਣੀ ਆਤਮਾ ਦੇ ਭਲੇ ਲਈ ਔਰ ਸੁਰਤ ਨੂੰ ਗੁਰ ਸ਼ਬਦ ਵਿਚਾਰ ਨਾਲ ਜੋੜਨ ਵਾਸਤੇ ਸਰਦਾ ਭਾਵਨਾ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕੀਤੀ ਹੈ। ਰਾਤਰੀ ਦੇ ਪਹਿਲੇ ਪੈਰ ਪੂਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਕ ਪਵਿੱਤਰ ਚਰਨਾਂ ਕਮਲਾਂ ਵਿੱਚ ਜੁੜ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਾਣੀ ਅੰਦਰ ਆਪਣੇ ਗੁਰੂ ਕੇ ਸਿੱਖਾਂ ਨੂੰ ਦੋ ਉਪਦੇਸ਼ ਦ੍ਰਿੜ ਕਰਵਾਏ ਆ, ਜੋ ਬਕਤੇ ਤੇ ਸਰੋਤੇ ਵਾਸਤੇ ਜ਼ਰੂਰੀ ਨੇ। ਜੇ ਉਹ ਦੋਵੇਂ ਬਚਨਾਂ ਦੀ ਕਮਾਈ ਕਰਨੇ ਆ ਤਾਂ ਬਕਤਾ ਬਣਿਆ ਜਾਂਦਾ, ਤਾਂ ਸਰੋਤਾ ਬਣਿਆ ਜਾਂਦਾ। ਸਤਿਗੁਰ ਬਖਸ਼ਿਸ਼ ਕਰਦੇ ਆ ਨੰਬਰ 1 ਤੇ ਨਾਮ ਦਾਨ ਇਸਨਾਨ ਦ੍ਰਿੜ ਸਦਾ ਕਰੋ ਗੁਰ ਕਥਾ। ਗੁਰੂ ਕੇ ਸਿੱਖਾਂ ਨੇ ਸਤਿਗੁਰਾਂ ਦੇ ਦਰ ਤੇ ਆਉਣਾ, ਸਤਿਗੁਰਾਂ ਨੇ ਤਰੁੱਠ ਕੇ ਆਪਣੇ ਸਿੱਖਾਂ ਨੂੰ ਨਾਮ ਦ੍ਰਿੜ ਕਰਾਉਣਾ। ਪਹਿਲਾ ਨਾਮ ਆਪ ਜਪਣਾ, ਫਿਰ ਹੋਰਾਂ ਨੂੰ ਜਪਾਉਣਾ। ਪਹਿਲਾਂ ਬਾਣੀ ਆਪ ਪੜ੍ਹਨੀ ਹੈ, ਫਿਰ ਬਾਣੀ ਹੋਰਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ, ਬਾਣੀ ਪੜ੍ਹਾਉਣੀ ਵੀ ਹੈ। ਹਰ ਰੋਜ਼ ਇਸ਼ਨਾਨ ਪਾਣ ਨੰਬਰ 1 ਤੇ ਜਲ ਦਾ ਇਸ਼ਨਾਨ ਵੀ ਰੋਜ਼ ਜ਼ਰੂਰੀ ਹੈ, ਸਰੀਰ ਦੀ ਤੰਦਰੁਸਤੀ ਲਈ, ਆਲਸ ਦੇ ਤਿਆਗ ਲਈ। ਫਿਰ ਹੋ ਸਕੇ ਉਪਰਾਲਾ ਕਰਨਾ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਨਾਮ ਦਾਨ ਇਸਨਾਨ ਦ੍ਰਿੜ ਤਿੰਨੇ ਉਪਦੇਸ਼ ਦ੍ਰਿੜ ਕੀਤੇ ਹੋਏ ਸਤਿਗੁਰਾਂ ਨੇ, ਤੇ ਹੁਕਮ ਲਾਇਆ ਸਦਾ ਕਰੋ ਗੁਰ ਕਥਾ। ਸਦਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਪਵਿੱਤਰ ਬਾਣੀ ਦੀ ਕਥਾ ਕਰਨੀ ਹੈ, ਸ਼ਬਦ ਦੀ ਵਿਚਾਰ ਕਰਨੀ ਹੈ। ਜਿਨ੍ਹਾਂ ਨੂੰ ਸਤਿਗੁਰਾਂ ਨੇ ਵਿਦਿਆ ਦੀ ਦਾਤ ਬਖਸ਼ਿਸ਼ ਕੀਤੀ, ਉਹ ਬਾਣੀ ਪੜ੍ਹਨ, ਬਾਣੀ ਨੂੰ ਸਮਝਣ, ਇਹਦੇ ਅੱਖਰੀ ਅਰਥ ਜਾਣਨ, ਅੰਤਰਤੀਵ ਭਾਵ ਜਾਣਨ। ਨੰਬਰ 2 ਤੇ ਜਿਨ੍ਹਾਂ ਨੂੰ ਇਹ ਅੱਖਰੀ ਵਿਦਿਆ ਦੀ ਦਾਤ ਨਹੀਂ ਮਿਲੀ, ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ। ਅੰਮ੍ਰਿਤ ਕਥਾ ਸੁਨੀਜੈ ਸਰਵਣੀ ਮਾਇਆ ਕਰੋ ਭਗਵਾਨ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਆਪ ਜੀ ਦੀ ਪਾਕ ਪਵਿੱਤਰ ਬਾਣੀ ਦੀ ਜੋ ਕਥਾ ਹੈ ਅੰਮ੍ਰਿਤਮਈ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਤੇ ਸਾਨੂੰ ਮਹਾਰਾਜ ਜੀ ਬਖਸ਼ਿਸ਼ ਕਰੋ ਕਿ ਅਸੀਂ ਗੁਰਬਾਣੀ ਦੀ ਕਥਾ ਸਰਵਣ ਕਰ ਸਕੀਏ, ਸਾਨੂੰ ਇਹ ਮਾਣ ਬਖਸ਼ਿਸ਼ ਕਰੋ। ਹੁਣ ਤੁਸਾਂ ਹੁਕਮ ਲਾਇਆ ਆਇਓ ਸੁਣਨ ਪੜਨ ਕੋ ਬਾਣੀ, ਤੇ ਮਹਾਰਾਜ ਸੰਸਾਰ ਤੇ ਆਏ, ਆਪ ਜੀ ਦੇ ਦਰ ਤੇ ਵੀ ਆਏ ਆ। ਕਿਰਪਾ ਕਰਕੇ ਜਾਂ ਬਾਣੀ ਪੜਨ ਦਾ ਸੁਭਾਗ ਬਖਸ਼ਿਸ਼ ਕਰੋ, ਜੇ ਪੜਨ ਦਾ ਨਹੀਂ ਫਿਰ ਬਾਣੀ ਸੁਣਨ ਦਾ ਸੁਭਾਗ ਬਖਸ਼ਿਸ਼ ਕਰੋ। ਅੰਮ੍ਰਿਤ ਕਥਾ ਸੁਨੀਜੈ ਸਰਵਣੀ ਮਾਇਆ ਕਰੋ ਭਗਵਾਨ। ਤੁਸੀਂ ਸਾਡੇ ਮਾਲਕ ਹੋ, ਸਾਡੇ ਉੱਤੇ ਦਇਆ ਮਿਹਰ ਦੀ ਨਜ਼ਰ ਕਰੋ। ਆਵਤ ਜਾਤ ਦੋ ਪੱਖ ਪੂਰਨ। ਜੇ ਗੁਰਬਾਣੀ ਦੀ ਕਥਾ ਸਰਵਣ ਕਰੀਏ, ਸੰਸਾਰ ਤੇ ਆਉਣ ਵਾਲਾ ਪੱਖ ਤੇ ਸੰਸਾਰ ਤੋਂ ਜਾਣ ਵਾਲਾ ਪੱਖ, ਜਨਮ ਤੇ ਮਰਨ, ਇਹ ਦੋਵੇਂ ਪੱਖ ਜਿਹੜੇ ਪੂਰਨ ਹੋ ਜਾਣਗੇ, ਭਾਵ ਜਨਮ ਜਿਹੜਾ ਵਾਰ-ਵਾਰ ਨਹੀਂ ਹੋਵੇਗਾ, ਵਾਰ-ਵਾਰ ਮਰਨਾ ਨਹੀਂ ਹੋਵੇਗਾ, ਜਨਮ ਮਰਨ ਕੱਟਿਆ ਜਾਏਗਾ। ਆਵਤ ਜਾਤ ਦੋ ਪੱਖ ਪੂਰਨ ਪਾਈਐ ਸੁਖ ਬਿਸਰਾਮ। ਤੁਹਾਡੀ ਪਾਕ ਪਵਿੱਤਰ ਬਾਣੀ ਦੀ ਵਿਚਾਰ ਕੀਤਿਆਂ ਸੁਖ ਪ੍ਰਾਪਤ ਹੁੰਦਾ ਹੈ, ਮਿਲਾਪ ਰੂਪੀ ਸੁਖ, ਕਿਉਂਕਿ ਵਿਛੋੜਾ ਦੁੱਖ ਹੈ, ਮਿਲਾਪ ਸੁਖ ਹੈ। ਆਵਤ ਜਾਤ ਦੋ ਪੱਖ ਪੂਰਨ ਪਾਈਐ ਸੁਖ ਬਿਸਰਾਮ। ਬਿਸਰਾਮ ਕਹੀਏ ਮਨ ਦਾ ਟਿਕਾ, ਜੀਵਨ ਕਾਲ ਅੰਦਰ ਮਨ ਦਾ ਟਿਕਾ ਮਿਲ ਜਾਏ, ਤੇ ਸੰਸਾਰ ਤੋਂ ਜਾਣ ਤੋਂ ਬਾਅਦ ਫਿਰ 84 ਲੱਖ ਜੋਨੀ ਵਿੱਚੋਂ ਭੱਜਾ ਦੌੜੀ ਤੋਂ ਟਿਕਾ ਮਿਲ ਜਾਏ। ਇਹ ਆਪ ਕਿਰਪਾ ਕਰਕੇ ਸਾਨੂੰ ਕਲਯੁਗ ਜੀਵਾਂ ਨੂੰ ਦਾਤਾਂ ਬਖਸ਼ਿਸ਼ ਕਰੋ।
ਸਿੱਖ ਦੇ ਵਾਸਤੇ ਦੋ ਉਪਦੇਸ਼ ਬਖਸ਼ਿਸ਼ ਕੀਤੇ ਆ। ਇੱਕ ਕਥਾ ਕਰਨੀ ਵੀ ਆ, ਜੇ ਕਰਨੀ ਨਹੀਂ ਆਉਂਦੀ ਤਾਂ ਕਥਾ ਸੁਣਨੀ। ਇਹ ਸਤਿਗੁਰਾਂ ਬਖਸ਼ਾਂ ਕੀਤੀਆਂ। ਆਪ ਭਾਗਾਂ ਵਾਲੇ ਹੋ ਜੋ ਰੋਜ਼ ਸਤਿਗੁਰਾਂ ਦੀ ਦਰਬਾਰ ਵਿੱਚ ਬੈਠ ਕੇ ਕੋਈ ਆਪਣੇ ਘਰ ਵਿੱਚ ਕੰਮਕਾਰ ਕਰਦਿਆਂ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਚੱਲ ਰਹੀ 7ਵੇਂ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਸਰਵਣ ਕਰਕੇ, ਕਥਨ ਕਰਕੇ ਲਾਹਾ ਪ੍ਰਾਪਤ ਕਰੀਏ। ਕੱਲ ਦੇ ਦੀਵਾਨ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਸੀ। ਧੰਨ ਸ੍ਰੀ ਗੁਰੂ ਹਰਿਰਾਏ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਜਿਹੜਾ ਸਿੱਖ ਭਾਵਨਾ ਸਹਿਤ ਸੇਵਾ ਕਰਦਾ ਗੁਰੂ ਕੇ ਲੰਗਰਾਂ ਮੰਦਰਾਂ ਦੀ, ਉਹ ਸਾਨੂੰ ਬੜਾ ਪਿਆਰਾ ਲੱਗਦਾ। ਔਰ ਉਸ ਤੋਂ ਬਾਅਦ ਉਹਨੇ ਇੱਕ ਮਨ ਦੇ ਵਿੱਚ ਸਰਧਾ ਰੱਖਣੀ ਵੀ ਜਦੋਂ ਲੰਗਰ ਵਰਤਦਾ ਹੋਵੇ ਉਦੋਂ ਤੇ ਸਾਰੇ ਹੀ ਲੰਗਰ ਛਕਾਉਂਦੇ ਆ। ਜਦੋਂ ਲੰਗਰ ਦਾ ਸਮਾਂ ਬੀਤ ਚੁੱਕਾ ਹੋਵੇ, ਕੋਈ ਰਾਹੀ ਪਾਂਦੀ, ਕੋਈ ਗੁਰੂ ਕਾ ਸਿੱਖ ਭੁੱਖਾ ਤਸਾ ਆ ਜਾਏ, ਲੰਗਰ ਵਾਧੇ ਪੈ ਚੁੱਕਾ ਹੋਵੇ ਤੇ ਲੰਗਰ ਦਾ ਸਮਾਂ ਨਾ ਹੋਵੇ, ਭਾਵ ਪਹਿਰ ਰਾਤ ਬੀਤ ਗਈ ਹੋਵੇ, 2 ਪਹਿਰ ਰਾਤ ਬੀਤ ਗਈ ਹੋਵੇ, ਉਸ ਸਮੇਂ ਜਿਹੜਾ ਮੇਰੇ ਸਿੱਖ ਨੂੰ ਪ੍ਰਸ਼ਾਦ ਪਾਣੀ ਛਕਾਏਗਾ, ਕਹਿਣ ਲੱਗੇ ਉਹ ਦੁਨੀਆ ਦਾ ਸਭ ਤੋਂ ਵੱਡਾ ਦਾਨੀ ਮੰਨਿਆ ਜਾਊਗਾ। ਅੰਨ ਦਾਨ ਦੇ ਸਮ ਕੋਈ ਹੋਰ ਦਾਨ ਨਹੀਂ ਮੰਨਿਆ। ਔਰ ਉਸ ਤੋਂ ਬਾਅਦ ਇਹ ਜਦੋਂ ਬਚਨ ਕੀਤਾ, ਸਿੱਖਾਂ ਪੁੱਛਿਆ ਮਹਾਰਾਜ ਵੀ ਇਹ ਜਿਹੜਾ ਸਮਾਂ ਬੀਤ ਚੁੱਕੇ ਦਾ ਤੁਸੀਂ ਰਮਜ ਮਾਰੀ, ਇਹ ਸਾਨੂੰ ਕਿਰਪਾ ਕਰਕੇ ਹੁਣ ਤੁਸੀਂ ਜੇ ਪ੍ਰੀਖਿਆ ਦਾ ਪਰਚਾ ਪਾਤਾ ਫਿਰ ਬਲ ਵੀ ਤੁਸੀਂ ਬਖਸ਼ਣਾ। ਕਿਉਂਕਿ ਉਸ ਵੇਲੇ ਫਿਰ ਮਨ ਦੇ ਵਿੱਚ ਗਲਾਨੀ ਜ਼ਰੂਰ ਆ ਜਾਂਦੀ ਹੈ ਵੀ ਮੈਂ ਥੱਕਿਆ ਟੁੱਟਿਆ ਵਾਂ, ਇਹ ਛਕਣ ਵਾਲੇ ਨੇ ਹੁਣ ਹੀ ਆਉਣਾ ਸੀ। ਇਹਨਾਂ ਸ਼ੰਕਾਵਾਂ ਤੋਂ, ਇਹਨਾਂ ਸੰਸਿਆਂ ਤੋਂ ਮੈਨੂੰ ਬਚਾ ਕੇ ਰੱਖਣਾ, ਸੇਵਾ ਕਰ ਲਈ ਮੈਂ ਤਤਪਰ ਹੋਵਾਂ। ਇਸ ਸਮੇਂ ਸਤਿਗੁਰ ਬਖਸ਼ਿਸ਼ ਕਰਦੇ ਜਿਹੜਾ ਇਸ ਤਰੀਕੇ ਨਾਲ ਪ੍ਰਸ਼ਾਦ ਪਾਣੀ ਦੀ ਸੇਵਾ ਕਰਦਾ ਸਾਨੂੰ ਬੜਾ ਪਿਆਰਾ ਲੱਗਦਾ। ਨਾਲ ਜਿਹੜਾ ਸੇਵਾ ਕਰਨ ਦੇ ਨਾਲ ਜਿਹੜਾ ਸਿਮਰਨ ਕਰਦਾ, ਜਿਹੜਾ ਸਤ ਸੰਗਤ ਵਿੱਚ ਸਿਮਰਨ ਕਰਦਾ, ਉਹ ਵੀ ਸਾਨੂੰ ਅਤ ਪਿਆਰਾ ਲੱਗਦਾ। ਰਹਿੰਦੀ ਵਿਚਾਰ ਸਤਿਗੁਰੂ ਜੋ ਦੱਸ ਰਹੇ ਨੇ ਉਹਦੀ ਕਥਨ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਸੁਨ ਸੰਗਤ ਕੀਨੀ ਅਰਦਾਸ। ਇਹ ਬਚਨ ਸੁਣ ਕੇ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਇਹ ਸਭ ਵਿਧ ਹੈ ਰਾਵਰ ਪਾਸ। ਸਤਿਗੁਰੂ ਜੀ ਇਹ ਜਿਹੜੀ ਵਿਧੀ ਹੈ ਤੇ ਹੁਣ ਤੁਹਾਡੇ ਪਾਸ ਹੀ ਹੈ ਨਾ, ਕਿਉਂਕਿ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਜੁਗਤੀ ਸੇਵਾ ਕਰਨ ਦੀ, ਸੇਵਾ ਭਾਵਨਾ ਨਾਲ ਕਰਨੀ ਹੈ। ਸੇਵਾ ਕਰਦਿਆਂ ਨਾਮ ਜਪਣਾ ਔਰ ਸੇਵਾ ਕਰਦਿਆਂ ਨਿਮਰਤਾ ਦੇ ਬੋਲ ਬੋਲਣੇ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਪਾਹ ਨਹੀਂ ਨਾ ਲੱਗੀ, ਪਾਹ 12-12 ਸਾਲ ਸਾਧੂਆਂ ਦੀ ਟੋਲੀ ਰਹੀਏ ਤਾਂ ਜਾ ਕੇ ਕਿਤੇ ਗੁਰੂ ਘਰ ਵਿੱਚ ਬਹਿਣਾ ਉੱਠਣਾ ਆਉਂਦਾ, ਬੋਲਣਾ ਚੱਲਣਾ ਆਉਂਦਾ। ਅਰਥ ਉਹੀ ਹੁੰਦੇ ਨੇ ਇੱਕ ਅੱਖਰ ਦੇ, ਤੇ ਬੰਦਾ ਹੋਰ ਬੋਲ ਦਿੰਦਾ ਤੇ ਸਮਝ ਨਹੀਂ ਲੱਗਦੀ ਹੈ, ਉਹ 'ਚ ਰਸ ਨਹੀਂ ਪੈਦਾ ਹੁੰਦਾ। ਜਦੋਂ ਸੇਵਾ ਕਰਨੀ ਉਦੋਂ ਕੋਈ ਗੁਰੂ ਵਾਲਾ ਹੋਵੇ ਭਾਵੇਂ ਨਾ ਹੋਵੇ, ਉਹਨੂੰ ਵਾਹਿਗੁਰੂ ਆਖਣਾ। ਪ੍ਰਸ਼ਾਦਾ ਵਾਹਿਗੁਰੂ, ਜਲ ਵਾਹਿਗੁਰੂ। ਜੇ ਆਖੀਏ ਪਾਣੀ ਹੈ ਤੇ ਉਹੋ ਹੀ ਹੈ ਜੋ ਪਦਾਰਥ ਭਾਂਡੇ ਵਿੱਚ ਪਾਇਆ। ਪਾਣੀ ਆਖਿਆ ਉਹਦਾ ਰਸ ਹੋ ਰਿਹਾ, ਜਲ ਆਖਿਆ ਜਲ ਵਾਹਿਗੁਰੂ ਆਖਿਆ ਰਸ ਹੋਰ ਬਣ ਜਾਂਦਾ। ਜੇ ਆਖੀਏ ਰੋਟੀ ਵਾਹਿਗੁਰੂ ਹੈ ਤੇ ਉਹਨਾਂ ਭਾਰ ਹੀ ਉਸ ਪ੍ਰਸ਼ਾਦੇ ਦਾ ਜਿਹੜਾ ਹੱਥੀ ਫੜਿਆ। ਪਰ ਜੇ ਪ੍ਰਸ਼ਾਦਾ ਵਾਹਿਗੁਰੂ ਆਖੀਏ ਜਾਂ ਨਿਹੰਗ ਸਿੰਘਾਂ ਦੀ ਬੋਲੀ ਗੱਫਾ ਵਾਹਿਗੁਰੂ ਤੇ ਹੋਰ ਰਸ ਬਣਦਾ ਆ। ਇਹ ਕੁਝ ਯੁਗਤੀਆਂ ਨੇ ਸਿੱਖਣ ਵਾਲੀਆਂ। ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਂਦਿਆਂ ਮਨੁੱਖ ਨੂੰ ਬੋਲਣਾ ਨਹੀਂ ਚਾਹੀਦਾ, ਕੇਵਲ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਜਦੋਂ ਕਿਸੇ ਨੂੰ ਗੱਫਾ ਦੇਣਾ ਉਦੋਂ ਵਾਹਿਗੁਰੂ ਕਹਿਣਾ ਚਾਹੀਦਾ, ਕਿਸੇ ਨੂੰ ਸੰਤੋਖ ਮਿਲ ਜਾ, ਗੁਰੂ ਦੀ ਕਿਰਪਾ ਹੋ ਜਾ। ਇਹ ਸਤਿਗੁਰੂ ਕੋਈ ਯੁਗਤੀਆਂ ਦ੍ਰਿੜ ਕਰਾ ਰਿਹਾ। ਜਿਨ੍ਹਾਂ ਨੇ ਖੁਸ਼ੀਆਂ ਲੈਣੀਆਂ ਨੇ ਉਹ ਗੁਰੂ ਸਾਹਿਬ ਦੇ ਨਿਯਮ, ਗੁਰੂ ਸਾਹਿਬ ਦੇ ਕੋਲੋਂ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ। ਸੇਵਾ ਕਰਨ ਦੀ ਜੋ ਯੁਗਤੀ ਹੈ
ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਪਣੇ ਕੋਲ ਸੰਭਾਲ ਕੇ ਰੱਖੀ ਹੈ ਜੀ। ਜਿਸ ਪਰ ਕਰੋ ਕਿਰਪਾ ਜਨ ਜਾਨ, ਜਿਸ ਜੀਵ ਉਤੇ ਤੁਸੀਂ ਕਿਰਪਾ ਕਰਦੇ ਹੋ ਉਹ ਜਨ ਸੇਵਕ ਬਣ ਕੇ ਤੁਹਾਡੀ ਇਸ ਗੁੱਜੀ ਰਮਜ ਨੂੰ ਜਾਣਨਾ ਕਰਦਾ ਹੈ। ਤਿਸ ਕੋ ਦੇਤੇ ਸੇਵਾ ਦਾਨ, ਉਸ ਹੀ ਸੇਵਕ ਨੂੰ ਤੁਸੀਂ ਆਪਣੇ ਦਰ ਦੀ ਸੇਵਾ ਦਾਨ ਵਿੱਚ ਦੇ ਦਿੰਦੇ ਹੋ। ਗੁਰੂ ਸਾਹਿਬ ਨੇ ਸਾਨੂੰ ਇੱਕ ਹੁਕਮ ਲਾਇਆ, ਕਹਿਣ ਲੱਗੇ ਉਹ ਗੁਰੂ ਕੇ ਸਿੱਖਾ, ਘਰੋਂ ਤੇ ਤੂੰ ਆਉਣਾ ਕੁਝ ਨਾ ਕੁਝ ਮੰਗਣ ਵਾਸਤੇ, ਕੋਈ ਗੱਲ ਨਹੀਂ ਮੈਂ ਦਰਵਾਜ਼ੇ ਖੁੱਲੇ ਰੱਖਿਆ, ਜੋ ਤੂੰ ਮੰਗਣਾ ਮੰਗ ਲਾ, ਪਰ ਇੱਕ ਗੱਲ ਚੇਤਾ ਰੱਖੀ, ਸੇਵਾ ਥੋੜੀ ਮੰਗਣ ਬਹੁਤਾ। ਤੇਰੀ ਸੇਵਾ ਥੋੜੀ ਆ, ਮੰਗਾਂ ਤੇਰੀਆਂ ਜ਼ਿਆਦਾ ਨੇ। ਮੈਨੂੰ ਕੋਈ ਇਤਰਾਜ਼ ਨਹੀਂ, ਮੇਰੇ ਕੋਲੋਂ ਮੰਗੇਗਾ ਮੈਂ ਤੈਨੂੰ ਦੇ ਦੇਣੇ ਆ, ਮੇਰੇ ਕੋਲ ਤੋੜਾ ਨਹੀਂ ਹੈ। ਪਰ ਕਦੇ ਤੂੰ ਆਪਣੇ ਮਨ ਦੇ ਵਿੱਚ ਵਿਚਾਰ ਕੇ ਵੇਖਿਆ ਵੀ ਮੇਰੀ ਸੇਵਾ ਤੇ ਥੋੜੀ, ਮੈਂ ਮੰਗ ਕਿਹੜੇ ਮੂੰਹ ਨਾਲ ਵੱਡੀ ਮੰਗਣਾ ਪਿਆ। ਗੁਰੂ ਸਾਹਿਬ ਨੂੰ ਕੋਈ ਪਰਵਾਹ ਨਹੀਂ ਹੈ ਇਸ ਗੱਲ ਦੀ, ਕਿਉਂਕਿ ਉਹਦੇ ਘਰ ਜਾ ਕੇ ਘਰ ਸਭ ਕੁਛ ਹੈ, ਭਾਈ ਨੌ ਨਿਤ ਭਰੇ ਭੰਡਾਰ, ਉਹਦੇ ਘਰ ਕੋਈ ਤੋੜਾ ਨਹੀਂ ਹੈ। ਭਾਵੇਂ ਜਿਹੜੀ ਥੋੜੀ ਕਰਨੇ ਆ ਉਹ ਵੀ ਨਾ ਕਰੀਏ, ਫਿਰ ਘਰ ਰੱਬ ਨੇ ਰੋਟੀ ਬੰਦ ਕਰ ਦੇਣੀ। ਕਈਆਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਰਾਹ ਹੀ ਨਹੀਂ ਵੇਖਿਆ, ਇਹਨਾਂ ਨੂੰ ਤੇ ਰੱਬ ਰੋਟੀ ਦਿੰਦਾ ਹੀ, ਰਾਜ ਭਾਗ ਭੋਗਦੇ ਪਏ। ਜਿਹੜੀ ਥੋੜੀ ਬਾਲੀ ਕਰਨੇ ਆ, ਜੇ ਉਹ ਵੀ ਨਾ ਕਰੀਏ, ਰੱਬ ਨੇ ਰੋਟੀ ਫਿਰ ਵੀ ਦੇਣੀ ਹੈ। ਜੋ ਆਪਣੇ ਪ੍ਰਾਲਬੱਧ ਲਿਖਾ ਕੇ ਆ ਤੇ ਮਿਲਣੀ ਹੈ, ਸੁੱਖਾਂ ਦੀ ਦੁੱਖਾਂ ਦੀ, ਜੋ ਰੁੱਖੀ ਸੁੱਖੀ ਮਿਲਣੀ ਹੈ। ਪਰ ਮਹਾਰਾਜ ਕਹਿਣ ਲੱਗੇ ਕਦੇ ਵਿਚਾਰ ਕੇ ਵੇਖਿਆ ਹੀ, ਸੇਵਾ ਥੋੜੀ, ਸੇਵਾ ਤੇ ਤੇਰੀ ਥੋੜੀ, ਮੰਗ ਬਹੁਤੀ ਮੰਗਣਾ ਹੈ। ਕੋਈ ਗੱਲ ਨਹੀਂ, ਮੰਗਾਂ ਵੱਡੀਆਂ ਮੰਗ, ਪਰ ਨਾਲ ਦੀ ਨਾਲ ਸੇਵਾ ਦਾ ਵੀ ਸਮਾਂ ਵਧਾ ਨਾ, ਸਤ ਸੰਗਤ ਦਾ ਸਮਾਂ ਵਧਾ, ਸਿਮਰਨ ਦਾ ਸਮਾਂ ਵਧਾ, ਫਿਰ ਤੂੰ ਮੰਗਣ ਲੱਗਿਆ ਝਿਜਕੇਗਾ ਨਹੀਂ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਆਉਣਾ, ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਅੱਗੇ ਖਲੋ ਕੇ ਮੰਗਣਾ, ਸਾਹਮਣੇ ਖਲੋ ਕੇ ਮੰਗਣਾ ਵੀ ਗੁਰੂ ਗ੍ਰੰਥ ਸਾਹਿਬ ਮਾਰੇ ਮੱਥਾ ਆਪ ਜੀ ਨੂੰ ਟੇਕਣਾ। ਸਿੱਧੇ ਇੱਥੇ ਆ ਕੇ ਗੱਲ ਕਹੋ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਨੂੰ ਤਾਰਨ ਦਾ ਜੁਮਾ ਤੁਹਾਡੇ ਗਲ ਆ। ਸਾਰੇ ਸੰਸਾਰ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਤੁਹਾਨੂੰ ਵਡਿਆਈ ਮਿਲੀ ਵੀ ਤੁਸਾਂ ਦੇਣੀ ਆ, ਤੇ ਉਹ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਇੱਕ ਮੈਂ ਵੀ ਨਿਮਾਣਾ ਜਿਹਾ ਜੀ ਆ, ਮੈਂ ਤੁਹਾਡੇ ਦਰ ਆ ਖਲੋਤਾ, ਮੈਨੂੰ ਆਹ ਚੀਜ਼ ਚਾਹੀਦੀ, ਮੈਂ ਕਿਤੇ ਹੋਰ ਨਹੀਂ ਜਾਣਾ ਹੈ। ਜਾਂ ਤੇ ਸਾਰੀ ਸ੍ਰਿਸ਼ਟੀ ਦਾ ਜੁਮਾ ਇੱਕ ਪਾਸੇ ਰੱਖ ਦਿਓ, ਕਿਸੇ ਹੋਰ ਦੇ ਗਲ ਪਾ ਦਿਓ, ਉਹਦੇ ਕੋਲੇ ਚਲੇ ਜਾਵਾਂਗੇ। ਜਦੋਂ ਸਗਲ ਸ੍ਰਿਸ਼ਟ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਜਦੋਂ ਵਡਿਆਈ ਤੁਹਾਨੂੰ ਮਿਲੀ ਹੈ ਤੇ ਅਸੀਂ ਮੰਗਤੇ ਆ, ਅਸੀਂ ਤੁਹਾਡੇ ਤੋਂ ਮੰਗਣਾ, ਔਰ ਜਾਈਏ ਤੇ ਕਿੱਥੇ ਜਾਈਏ? ਤੁਹਾਡੇ ਕੋਲ ਆਏ ਆ, ਤੁਹਾਡੇ ਕੋਲ ਮੰਗਿਆ, ਤੁਹਾਡੇ ਕੋਲੋਂ ਲੈ ਕੇ ਜਾਣੀ ਹੈ। ਪਾਵੋਂ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤਰੇ ਨਾਰੇ। ਅੱਜ ਦੇ ਦੋ ਤਾਂ ਵੀ ਪਾਣੀ ਹੈ, ਨਾ ਦੋਗੇ ਕੱਲ ਫਿਰ ਮੰਗਣੀ ਆ ਕੇ, ਕੱਲ ਨੂੰ ਆਵਾਂਗਾ, ਕੱਲ ਨੂੰ ਇੱਕ ਮੰਗ ਹੋਰ ਲੈ ਕੇ ਆਵਾਂਗਾ, ਸੁੱਕਾ ਨਹੀਂ ਆਉਣਾ ਮੈਂ। ਜੇ ਪਰਸੋਂ ਆਉਣਾ ਪਿਆ, ਪਰਸੋਂ ਇੱਕ ਮੰਗ ਹੋਰ ਲੈ ਕੇ ਆਵਾਂਗਾ, ਕਿਉਂਕਿ ਰਾਤ ਨੂੰ ਸੌਣਾ, ਰਾਤ ਨੂੰ ਸੁਪਨਾ ਆਉਣਾ, ਕੋਈ ਨਾ ਕੋਈ ਹੋਰ ਮਨ ਦਾ ਖਿਆਲ ਹੋ ਜਾਣਾ। ਚੀਜ਼ਾਂ ਤੁਹਾਡੇ ਤੋਂ ਹੀ ਮੰਗਣੀਆਂ। ਅੱਜ ਦੇ ਦੋਗੇ ਠੀਕ ਹੈ, ਕੱਲ ਨੂੰ 2 ਦੇਣੀਆਂ ਪੈਣਗੀਆਂ, ਪਰਸੋਂ ਨੂੰ 3 ਦੇਣੀਆਂ ਪੈਣੀਆਂ, ਮੈਂ ਇਸੇ ਤਰ੍ਹਾਂ ਹੀ ਆਉਣਾ, ਮੈਂ ਹੋਰ ਕਿਤੇ ਨਹੀਂ ਜਾਣਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਦਾਤ ਮੰਗਣੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮੰਗਤੇ ਬਣ ਕੇ ਦਾਤ ਮੰਗੀਏ, ਫਿਰ ਸਤਿਗੁਰੂ ਕਿਰਪਾ ਕਰਦੇ ਆ, ਉਹਦੀ ਝੋਲੀ ਵਿੱਚ ਸੇਵਾ ਦੀ ਦਾਤ ਜਿਹੜੀ ਹੈ ਦਾਨ ਵਿੱਚ ਪਾਉਂਦੇ ਆ, ਉਹਨੂੰ ਸੇਵਾ ਬਖਸ਼ ਦਿੰਦੇ ਆ। ਬਈ ਜੇ ਤੂੰ ਸੇਵਾ ਦੀ ਮੰਗਣਾ, ਜਿਹੜੀਆਂ ਤੈਨੂੰ ਚੀਜ਼ਾਂ ਦੀ ਲੋੜ ਆ, ਫਿਰ ਸੇਵਾ ਲੈ, ਦਰ ਦੀ ਸੇਵਾ ਲੈ ਲੈ, ਸੇਵਾ ਕਰੀ ਚੱਲ। ਸੇਵਾ ਬਹੁਤੀ ਹੋਈ ਗਈ ਤੇ ਤੇਰੀਆਂ ਜਿਹੜੀਆਂ ਦਾਤਾਂ ਨੇ ਵੀ ਬਹੁਤੀਆਂ ਹੋਈ ਜਾਣਗੀਆਂ, ਤੇਰੀਆਂ ਮੰਗਾਂ ਬਹੁਤੀਆਂ ਨੇ, ਮੈਂ ਪੂਰੀਆਂ ਕਰਦਾ ਜਾਵਾਂਗਾ। ਇਹ ਧੰਨ ਗੁਰੂ ਹਰ ਰਾਏ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤ ਬੇਨਤੀ ਕਰਦੀ ਪਈ ਹੈ ਕਿ ਸਤਿਗੁਰੂ ਇਹ ਦਾਤਾਂ ਤੁਹਾਡੇ ਕੋਲ ਨੇ, ਸੇਵਾ ਕਰਨ ਦੀਆਂ, ਕਰਵਾਉਣ ਦੀਆਂ ਯੁਕਤੀਆਂ, ਤੇ ਸਤਿਗੁਰੂ ਵੀ ਕਿਰਪਾ ਕਰਕੇ ਜਿਨ੍ਹਾਂ ਉੱਤੇ ਮਿਹਰ ਕਰਦੇ ਉਹਨਾਂ ਨੂੰ ਸੇਵਾ ਦੀ ਦਾਤ ਜਿਹੜੀ ਝੋਲੀ ਵਿੱਚ ਪਾ ਦਿੰਦੇ ਹਨ। ਹਮ ਅਲਪਾਗ ਜੀਵ ਤੁਮ ਸ਼ਰਨੇ, ਅਸੀਂ ਬੇਸਮਝ ਪੁੱਜ ਕੇ ਮੂਰਖ, ਹਮ ਮੰਦੇ ਮਨ ਮਾਹੀ, ਸਾਡੇ ਜਿਹੜੇ ਵਿਚਾਰ ਨੇ ਆਪ ਨਾਲ ਨਹੀਂ ਮਿਲਦੇ ਆ।
ਕਹੈ ਪ੍ਰਭ ਅਵਰ ਅਵਰ ਕਿਛ ਕੀਜੈ। ਪ੍ਰਭੂ ਕੁਛ ਹੋਰ ਕਹਿੰਦਾ ਹੈ, ਅਸੀਂ ਕੁਝ ਹੋਰ ਕਰਨੇ, ਇਸ ਕਰਕੇ ਸਾਡਾ ਤੁਹਾਡਾ ਮੇਲ ਨਹੀਂ ਹੈ। ਪਰ ਸਤਿਗੁਰੂ ਜੀ ਹੁਣ ਤੁਹਾਡੇ ਦਰ ਤੇ ਆਏ ਆ, ਅਸੀਂ ਅਲਪੱਗ ਜੀਵ ਆ। ਹਮ ਅਗਿਆਨ ਗਿਆਨ ਕਿਛ ਨਾਹੀਂ, ਅਸੀਂ ਅਗਿਆਨੀ ਆ, ਗਿਆਨ ਕੋਈ ਹੈ ਨਹੀਂ। ਸਤਿਗੁਰ ਤੇ ਸਮਝ ਪੜੀ ਮਨ ਮਾਹੀ, ਸਤਿਗੁਰੂ ਦੇ ਬਚਨ ਸੁਣਿਆ ਪੜਿਆ, ਇਸ ਗੱਲ ਦੀ ਸੋਝੀ ਪਈ ਹੈ ਵੀ ਮੂਰਖਾਂ ਨੂੰ ਸਮੱਤ ਬਖਸ਼ਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਤੇ ਸਤਿਗੁਰੂ ਜੀ ਤੁਹਾਡੇ ਦਰ ਤੇ ਆਏ ਆ, ਕਿਰਪਾ ਕਰਕੇ ਸਾਨੂੰ ਸ਼ਰਨੀ ਆਇਆਂ ਨੂੰ ਸੋਝੀ ਬਖਸ਼ਿਸ਼ ਕਰੋ, ਆਪਣੇ ਨਾਮ ਬਾਣੀ ਦੀ ਦਾਤ ਦਿਓ। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਆਰਾਧਾ, ਉਹ ਮਤ ਦਿਓ ਜਿਸ ਮਤ ਦੇ ਨਾਲ ਮੈਂ ਤੁਹਾਡਾ ਸਿਮਰਨ ਕਰਾਂ, ਤੁਹਾਡੀ ਯਾਦ ਵਿੱਚ ਜੁੜਿਆ ਰਹਾਂ ਜੀ। ਕਿਰਪਾ ਆਪ ਕੀ ਸੰਕਟ ਟਰਨੀ, ਜੇ ਤੁਸੀਂ ਸਾਡੇ ਉੱਤੇ ਕਿਰਪਾ ਕਰਦੇ ਹੋ, ਤੁਹਾਡੀ ਕਿਰਪਾ ਦੇ ਸਦਕਾ ਸਾਡੇ ਜੀਵਨ ਦੇ ਜਿਹੜੇ ਸੰਕਟ ਨੇ ਨਾ, ਉਹ ਸਾਰੇ ਦੇ ਸਾਰੇ ਜਿਹੜੇ ਨੇ ਟਲ ਸਕਦੇ ਆ। ਪਰ ਬਾਣੀ ਦਾ ਇੱਕ ਫੈਸਲਾ ਆਇਆ, ਤੇਰੇ ਤੋਂ ਸੰਕਟ ਤਾਂ ਟਲਣੇ ਨੇ ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਕੇ ਟਲੇਗਾ ਨਾ। ਦੇਖਿਆ ਟਲ ਟਲ ਕਤਹਿ ਨਾ ਜਾਵਾ। ਜਿਹੜਾ ਜੀਵ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਨੇ ਨਾ ਜੁਗੋ ਜੋਗਿਆ ਟਲ, ਜਿਹੜਾ ਗੁਰੂ ਕਾ ਸਿੱਖ ਮਾਈ ਭਾਈ ਗੁਰੂ ਕੇ ਦਰ ਨੂੰ ਵੇਖ ਕੇ, ਗੁਰੂ ਦੀ ਸੇਵਾ ਵੇਖ ਕੇ ਟਲਦਾ ਨਹੀਂ। ਕਈਆਂ ਦਾ ਸੁਭਾਅ ਹੁੰਦਾ ਜਿੱਥੇ ਸੇਵਾ ਚੱਲਦੀ ਉਹ ਦੋ ਪਾਸੇ ਹਟ ਜਾਂਦੇ ਵੀ ਕਿਤੇ ਸਾਨੂੰ ਨਾ ਕੰਮੇ ਲਾ ਲੈਣੇ, ਤੇ ਟਲ ਜੋ ਇੱਧਰ ਹੋ ਜਾਓ। ਦੇਖ ਅਟਲ ਟਲ ਕਦੇ ਨਾ ਜਾਵਾ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਅਟਲ ਆ, ਜਿਹੜਾ ਜੁਗੋ ਜੋਗੇ ਅਟਲ ਆ, ਉਹਦੇ ਦਰ ਦੀ ਸੇਵਾ, ਉਹਦੀ ਯਾਦ, ਉਹਦਾ ਘਰ ਵੇਖ ਕੇ ਕਿਤੇ ਪਾਸਾ ਨਾ ਵੱਟ ਜਾਈ। ਜੇ ਪਾਸਾ ਵੱਟ ਗਿਓ ਨਾ ਤੇ ਸੱਜਣਾ ਇਹ ਗੱਲ ਦਾ ਚੇਤਾ ਰੱਖੀ, ਫਿਰ ਰੱਬ ਨੇ ਵੀ ਦਾਤਾਂ ਦੇਣ ਲੱਗਿਆ ਕੁਛ ਵਿਚਾਰਨਾ ਆ। ਸਤਿਗੁਰ ਬਖਸ਼ਿਸ਼ ਕਰਦੇ ਆ ਕਿ ਜਿਨ੍ਹਾਂ ਜੀਵਾਂ ਉੱਤੇ ਆਪ ਜੀ ਦੀ ਕਿਰਪਾ ਹੁੰਦੀ ਹੈ, ਜਿਹੜੇ ਆਪ ਦੇ ਦਰ ਤੋਂ ਟਲਦੇ ਨਹੀਂ, ਸਿੱਧੇ ਆਉਂਦੇ ਆ ਵੀ ਸੇਵਾ ਲੱਗੀ ਤੇ ਕਰਾਂਗੇ। ਜੇ ਮਾਲਕ ਨੇ ਬਖਸ਼ਿਸ਼ ਕੀਤੀ ਤੇ ਲਾਹਾ ਲਵਾਂਗੇ, ਟਲਦੇ ਨਹੀਂ। ਜਿਹੜੇ ਜੀਵ ਗੁਰੂ ਸਾਹਿਬ ਦੇ ਸੇਵਾ ਸਿਮਰਨ ਤੋਂ ਸੰਗਤ ਤੋਂ ਨਹੀਂ ਨਾ ਟਲਦੇ, ਉਹਨਾਂ ਜੀਵਾਂ ਦੇ ਸਿਰ ਦੇ ਉੱਤੇ ਜਿਹੜੇ ਸੰਕਟ ਨੇ ਉਹ ਪਰਾਂ ਟਲ ਜਾਂਦੇ ਆ। ਗੁਰੂ ਸਾਹਿਬ ਕਿਰਪਾ ਕਰਦੇ, ਸਤਿਗੁਰ ਬਖਸ਼ਿਸ਼ ਕਰਦੇ ਆ। ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਹੁਣ ਥੋੜੀ ਜੀ ਕੋਈ ਸੇਵਾ ਕਰੇ, ਥੋੜਾ ਜਿਹਾ ਸਿਮਰਨ ਕਰੇ, ਅਗਲਾ ਆਂਦਾ ਬਈ ਸੇਵਾ ਸਿਮਰਨ ਕੀਤੀ, ਰੱਬ ਦੇ ਕੋਈ ਦਰਸ਼ਨ ਹੋਏ ਤੇ ਹੈ ਨਹੀਂ। ਮਹਾਰਾਜ ਤੇ ਆਂਦੇ ਆ ਵੀ ਦਰਸ਼ਨ ਹੋ ਜਾਂਦੇ ਆ, ਪਰ ਗੁਰਮੁਖੋ ਜਿਹੜਾ ਬਚਨ ਵਿੱਚ ਲਿਖਿਆ ਜਿਹ ਸਿਮਰਤ ਸੰਕਟ ਮਿਟੈ, ਜਿੰਨਾ ਕੁ ਆਪਾਂ ਨਾਮ ਜਪਣਿਆ ਨਾ, ਜਿੰਨਾ ਕੁ ਸਾਡਾ ਮਨ ਜੁੜਦਾ ਬਾਣੀ ਅੰਦਰ, ਸਿਮਰਨ ਅੰਦਰ, ਜਿੰਨਾ ਕੁ ਸਤਸੰਗ ਨਾਲ ਪਿਆਰ ਆ, ਇਹਨਾਂ ਕੁ ਸਿਮਰਨ ਕੀਤਿਆਂ ਤੇ ਸਾਡੇ ਸਿਰ ਦੇ ਜਿਹੜੇ ਸੰਕਟ ਨੇ ਨਾ ਉਹ ਟਲ ਜਾਣ ਤੇ ਇੰਨਾ ਹੀ ਬੜਾ ਹੈ। ਕਿਉਂਕਿ ਸਿਰ ਦੇ ਉੱਤੇ ਪਿਛਾਂ ਗੁਨਾਹ ਬੜੇ ਕੀਤੇ ਨੇ, ਜਨਮਾਂ ਜਨਮਾਤਰਾਂ ਦੀ ਭਟਕਣਾ ਲੱਗੀ ਹੈ, ਸਿਰ ਤੇ ਸੰਕਟ ਜ਼ਿਆਦੇ ਨੇ ਤੇ ਸਿਮਰਨ ਥੋੜਾ ਹੈ, ਸੇਵਾ ਵੀ ਥੋੜੀ ਹੈ। ਹੁਣ ਜਿੰਨਾ ਕੁ ਆਪਾਂ ਕਰ ਰਹੇ ਹਾਂ ਉਹਨੇ ਕੁ ਦੇ ਮੁਤਾਬਕ ਆੜਾ ਰੋਜ਼ ਮੱਥਾ ਟਿਕਦਾ ਹੈ, ਰੋਜ਼ ਜਿਹੜੀ ਕੁ ਦਸਵੰਧ ਦੀ ਭੇਟਾ ਲੱਗਦੀ ਹੈ, ਜੋ ਘੜੀ ਸਾਤਸੰਗ ਹੁੰਦੀ ਹੈ, ਇਹ ਇੰਨੇ ਕੁ ਦੇ ਨਾਲ ਜਿਹੜੇ ਤੇਰੇ ਸਿਰ ਦੇ ਸੰਕਟ ਨੇ ਨਾ, ਵੱਡੀਆਂ ਵੱਡੀਆਂ ਮੁਸੀਬਤਾਂ ਰੱਬ ਨੇ ਛੋਟੀਆਂ ਬਣਾ ਕੇ ਟਾਲੀਆਂ ਹੋਈਆਂ ਨੇ। ਤੇ ਤੂੰ ਤੇ ਵਾਹਿਆ ਨਹੀਂ ਸੀ ਉਗਣਾ ਹੈ, ਤੇ ਤੂੰ ਤੇ ਦੁੱਖ ਭੋਗੇ ਨਹੀਂ ਸਣ ਜਾਣੇ। ਜਿਹੇ ਸਿਮਰਤ ਸੰਕਟ ਮਿਟੈ, ਸਿਮਰਨ ਕਰਨ ਦੇ ਨਾਲ ਪਹਿਲਾਂ ਜੀਵ ਦੇ ਸੰਕਟ ਮਿਟਦੇ ਨੇ। ਦਰਸ ਤੁਹਾਰੋ ਹੋਏ, ਦਰਸ਼ਨ ਬਾਅਦ ਚ ਹੋਣਾ ਹੈ। ਤੇ ਸਾਡਾ ਸੁਭਾਅ ਹੈ ਵੀ ਥੋੜਾ ਜਿਹਾ ਸਿਮਰਨ ਕੀਤਾ, 4 ਕੁ ਦਿਨ ਗੁਰੂ ਘਰ ਆਏ ਨੇ ਦਰਸ਼ਨ ਹੋ ਜਾਣ। ਐਦਾਂ ਨਹੀਂ ਹੈ। ਜਿਹੜੀ ਜੁਗਤੀ ਬਣਾਈ ਗਈ ਹੈ, ਪਹਿਲਾਂ ਤੇਰੇ ਸੰਕਟ ਕੱਟਣੇ ਨੇ ਸਿਮਰਨ ਨੇ, ਫਿਰ ਅਗਲੀ ਮੰਜ਼ਿਲ ਤੈਨੂੰ ਪ੍ਰਾਪਤ ਹੋਣੀ ਹੈ। ਸਤਿਗੁਰੂ ਜੀ ਜਿਨ੍ਹਾਂ ਜੀਵਾਂ ਉੱਤੇ ਤੁਸੀਂ ਕਿਰਪਾ ਕਰਦੇ ਹੋ, ਉਹਨਾਂ ਦੇ ਸਿਰ ਤੋਂ ਸੰਕਟ ਜਿਹੜੇ ਨੇ ਉਹ ਟਲ ਜਾਂਦੇ ਹਨ। ਗਿਰਾ ਗੁਰੂ ਭਵ ਸਾਗਰ ਤਰਨੀ, ਗਿਰਾ ਨਾ ਹੈ ਗੁਰੂ ਸਾਹਿਬ ਦੇ ਮੁਖ ਚੋਂ ਉਚਾਰਨ ਕੀਤੇ ਹੋਏ ਬਚਨ। ਗੁਰੂ ਸਾਹਿਬ ਦੇ ਬਚਨ ਜਿਹੜਾ ਜੀਵ ਪੜ੍ਹਦਾ ਹੈ, ਸੁਣਦਾ, ਜਿਹੜੇ ਬਚਨਾਂ ਦੀ ਕਮਾਈ ਕਰਦਾ, ਉਹਨਾਂ ਜੀਵਾਂ ਨੂੰ ਇਹ ਬਚਨ ਭਵ ਸਾਗਰ ਤੋਂ ਪਾਰ ਲਾਉਣ ਦੀ ਸਮਰੱਥਾ ਰੱਖਦੇ ਆ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ।
ਸਤਿਗੁਰੂ ਗੁਰੂ ਹਰਿ ਰਾਏ ਪਾਤਸ਼ਾਹ ਜੀ ਜੋ ਆਪ ਜੀ ਦੇ ਬਚਨ ਨੇ ਇਹ ਜੀਵਾਂ ਨੂੰ ਭਵ ਸਾਗਰ ਤੋਂ ਪਾਰ ਲਾਉਣ ਦੀ ਸਮਰੱਥਾ ਰੱਖਦੇ ਹਨ। ਮਤਨ ਗਿਆਨ ਅਗਨੀ ਕੋਰਨੀ। ਜਿਵੇਂ ਯੱਗ ਦੇ ਵਿੱਚ ਅਰਨੀ ਇੱਕ ਯੰਤਰ ਆ ਜਿਹਦੇ ਰਾਹੀਂ ਜੱਗ ਦੀ ਅਗਨੀ ਪ੍ਰਗਟ ਕੀਤੀ ਜਾਂਦੀ ਹੈ। ਜਿਵੇਂ ਜੱਗ ਦੀ ਅਗਨੀ ਪ੍ਰਗਟ ਹੁੰਦੀ ਹੈ ਅਰਨੀ ਦੇ ਰਾਹੀਂ, ਇਸੇ ਤਰ੍ਹਾਂ ਤੁਹਾਡਾ ਨਾਮ ਜਪਿਆ ਜੀਵ ਦੇ ਅੰਦਰ ਇੱਕ ਬ੍ਰਹਮ ਗਿਆਨ ਪੈਦਾ ਹੁੰਦਾ ਹੈ। ਗੁਰਬਾਣੀ ਦੇ ਅੰਦਰ ਸਾਰਾ ਬ੍ਰਹਮ ਗਿਆਨ ਹੈ। ਜੇ ਕੋਈ ਆਖੇ ਨਾ ਵੀ ਬਾਣੀ ਗਿਆਨ ਆ ਤੇ ਮੈਨੂੰ ਬ੍ਰਹਮ ਗਿਆਨ ਬਾਅਦ ਚ ਹੋਊਗਾ, ਇਹ ਸਾਰੀ ਬਾਣੀ ਬ੍ਰਹਮ ਗਿਆਨ ਆ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਆ ਵੀ ਪ੍ਰਾਪਤ ਪਤਾ ਕਦੋਂ ਹੁੰਦੀ ਹੈ? ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੈ ਉਦਕ ਸਮਾਨ। ਬਾਣੀ ਬ੍ਰਹਮ ਗਿਆਨ ਆ। ਹਰ ਇੱਕ ਜੀਵ ਨੂੰ ਕਿਉਂ ਨਹੀਂ ਕੰਠ ਹੁੰਦੀ? ਹਰ ਇੱਕ ਜੀਵ ਦਾ ਇਹਦੇ ਨਾਲ ਕਿਉਂ ਨਹੀਂ ਮਨ ਜੁੜਦਾ? ਕਿਉਂਕਿ ਅਸੀਂ ਅਗਿਆਨੀ ਆ। ਬਾਣੀ ਬ੍ਰਹਮ ਗਿਆਨ ਦੀ ਦਾਤ ਹੈ, ਉਹਦਾ ਸਾਡਾ ਤਾਲਮੇਲ ਨਹੀਂ ਬੈਠਦਾ। ਸਾਰੀ ਬਾਣੀ ਬ੍ਰਹਮ ਗਿਆਨ ਹੈ। ਜਿਹਨੂੰ ਬਾਣੀ ਸੁੱਧ ਪੜ੍ਹਨੀ ਆ ਜਾਏ, ਜਿਹਨੂੰ ਬਾਣੀ ਸੁਣਨ 'ਚ ਪ੍ਰੇਮ ਲੱਗ ਜਾਏ, ਜਿਹਨੂੰ ਬਾਣੀ ਵਿਚਾਰਨੀ ਆ ਜਾਏ, ਸਾਰਾ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਗਿਆਨ ਤੋਂ ਬ੍ਰਹਮ ਗਿਆਨ। ਤੇ ਸਤਿਗੁਰ ਬਖਸ਼ਿਸ਼ ਕਰਦੇ ਆ ਕਿ ਪਿਆਰ ਵਾਲਿਓ, ਸਤਿਗੁਰੂ ਗੁਰੂ ਹਰਿ ਰਾਏ ਪਾਤਸ਼ਾਹ ਦਾ ਇੱਕ ਇੱਕ ਬਚਨ ਜਿਹੜਾ ਹੈ ਇਹ ਸਰੀਰ ਦੇ ਵਿੱਚੋਂ ਹੀ ਗਿਆਨ ਪ੍ਰਗਟ ਕਰਦਾ। ਜਿਹੜਾ ਜੀਵ ਗਿਆਨ ਬਚਨ ਸੁਣ ਲੈਂਦਾ ਨਾ, ਉਹਦੇ ਅੰਦਰੋਂ ਫਿਰ ਗਿਆਨ ਦੀ ਅਗਨੀ, ਭਾਵ ਕਹੀਏ ਗੁਰਬਾਣੀ ਸ ਜਗ ਮੈਂ ਚਾਨਣ। ਅਗਨੀ ਦਾ ਅਰਥ ਕੀਤਾ ਪ੍ਰਕਾਸ਼। ਜਦੋਂ ਅਗਨੀ ਬਲਦੀ ਹੈ ਚਾਨਣ ਹੁੰਦਾ ਨਾ। ਜਦੋਂ ਕੋਈ ਗੁਰੂ ਕਾ ਸਿੱਖ ਬਾਣੀ ਸੁਣਦਾ ਹੈ ਜਾਂ ਬਾਣੀ ਪੜ੍ਹਦਾ, ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਜੀ। ਸਤਨਾਮ ਸਿਮਰਨ ਜਨ ਪਰਨੀ। ਸਤਨਾਮ, ਜਿਵੇਂ ਧਰਤੀ ਦੇ ਵਿੱਚੋਂ ਬੀਜ ਦੇ ਰਾਹੀਂ ਕੋਈ ਬੂਟਾ ਉਗਦਾ ਹੈ, ਇਸੇ ਤਰ੍ਹਾਂ ਸਤਨਾਮ ਜਿਹੜਾ ਪ੍ਰਮਾਤਮਾ ਦਾ ਨਾਮ ਆ, ਉਹ ਇੱਕ ਬੂਟੇ ਦੀ ਨਿਆਈ ਆ। ਫਲਦਾਰ ਬੂਟਾ, ਛਾਂਦਾਰ ਬੂਟਾ, ਹਰਿਆਵਲ ਵਾਲਾ ਬੂਟਾ ਹੈ ਜੀ। ਐਸਾ ਨ ਪਜਾਵਨ ਕੋ ਸ਼ੁਭ ਧਰਨੀ। ਤੇ ਗੁਰਬਾਣੀ ਧਰਤੀ ਦੀ ਨਿਆਈ ਹੈ। ਜਿਵੇਂ ਧਰਤੀ ਤੋਂ ਬਿਨਾ ਕੋਈ ਬੂਟਾ ਪੈਦਾ ਨਹੀਂ ਹੁੰਦਾ ਤੇ ਉਹਦੀ ਫੁਟਾਰਾ ਨਹੀਂ ਫੁੱਟਦਾ, ਛਾਂ ਨਹੀਂ ਬਣਦੀ, ਫੁੱਲ ਨਹੀਂ ਲੱਗਦੇ, ਫਲ ਨਹੀਂ ਲੱਗਦਾ, ਆਕਸੀਜਨ ਨਹੀਂ ਮਿਲਦੀ, ਠੀਕ ਇਸੇ ਤਰ੍ਹਾਂ ਬਾਣੀ ਤੋਂ ਬਿਨਾ ਨਾਮ ਵੀ ਪੈਦਾ ਨਹੀਂ ਹੁੰਦਾ ਹੈ। ਬਾਣੀ ਧਰਤੀ ਰੂਪ, ਜਿਵੇਂ ਧਰਤੀ ਵਿੱਚੋਂ ਦਰਖਤ ਪੈਦਾ ਹੁੰਦੇ ਨੇ ਤੇ ਉਹ ਪ੍ਰਦੂਸ਼ਣ ਸੋਖਦੇ ਨੇ, ਆਕਸੀਜਨ ਦਿੰਦੇ ਨਾ, ਠੀਕ ਇਸੇ ਤਰ੍ਹਾਂ ਬਾਣੀ ਵਿੱਚੋਂ ਨਾਮ ਪ੍ਰਗਟ ਹੁੰਦਾ ਹੈ ਤੇ ਨਾਮ ਦੀ ਬਰਕਤ ਸਦਕਾ ਜੀਵ ਦੇ ਔਗਣਾ ਰੂਪੀ ਪ੍ਰਦੂਸ਼ਣ ਕੱਟਿਆ ਜਾਂਦਾ ਤੇ ਗਿਆਨ ਰੂਪੀ ਆਕਸੀਜਨ ਮਿਲਦਾ। ਵੇਖੋ ਖਾਨ ਬਾਣੀ ਦਾ ਫਾਰਮੂਲਾ ਵੇਖੋ, ਇੱਕ ਅੰਗ ਪੜੋਗੇ ਪਹਿਲਾ ਤੇ ਸਤਨਾਮ ਤੋਂ ਬਾਣੀ ਸ਼ੁਰੂ ਹੁੰਦੀ। ਜਪਜੀ ਸਾਹਿਬ ਦੀ 20ਵੀਂ ਪੌੜੀ ਪੜੋ ਤੇ ਨਾਮ ਦੀ ਗੱਲ ਹੈ। ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਨਾਮ ਦੀ ਗੱਲ ਹੈ। ਅੱਗੇ ਚੱਲੋ ਫਿਰ ਭਗਤ ਸਤਿਗੁਰੂ ਬਖਸ਼ਿਸ਼ ਕਰਦੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇਂ ਨਾਹੀ ਕੋ ਥਾਉ। ਸਮਾਪਤੀ ਤੇ ਚਲੋ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿਹੜਾ ਸ਼ਬਦ ਪੜੋਗੇ, ਕਿਹੜਾ ਰਾਗ ਪੜੋਗੇ, ਪੰਜਵਾਂ ਰਾਗ ਪੜੋ ਤੇ ਬਚਨ ਆਉਂਦਾ ਹੈ, ਪੂਜਾ ਕੀਚੈ ਨਾਮ ਧਿਆਈਐ ਵਿਣ ਨਾਵੇਂ ਪੂਜ ਨਾ ਹੋਏ। ਗੂਜਰੀ ਰਾਗ ਦੀ ਸ਼ੁਰੂਆਤ ਨਾਮ ਦੇ ਰਹਾਉ ਦਾ ਬੰਦ ਨਾਮ ਦੇ ਪ੍ਰਥਾਏ। ਸੁਖਮਨੀ ਸਾਹਿਬ ਸਾਰੀ ਨਾਮ ਦੀ ਮਹਿਮਾ। ਅੰਤ ਜਾ ਕੇ ਭਗਤ ਕਬੀਰ ਸਾਹਿਬ ਦੇ ਸ਼ਲੋਕ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਬਾਬਾ ਸ਼ੇਖਪੁਰੀ ਜੀ ਦੇ ਸ਼ਲੋਕ ਪੜੋ, ਫਰੀਦਾ ਤਿੰਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਉਣ ਨਾਉ, ਐਥੈ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਉ। ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਦੀ ਸ਼ੁਰੂਆਤ, ਗੁਣ ਗੋਬਿੰਦ ਗਾਇਓ ਨਹੀਂ, ਗੁਣ ਕੀ ਨਾਮ ਆ, ਜਨਮ ਅਕਾਰਥ ਕੀਨ ਕਉ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ। ਭਜ ਦਾ ਅਰਥ ਹੈ ਜਪਣਾ। ਭਜ ਦਾ ਅਰਥ ਤੇ ਦੌੜਨਾ ਨਹੀਂ, ਭਜ ਦਾ ਅਰਥ ਹੈ ਭਜਣਾ, ਜਪਣਾ। ਸਮਾਪਤੀ ਤੇ ਚਲੀ ਜਾਓ, ਚਲੇ ਜਾਓ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਆ,
RAM ਨਾਮ ਔਰ ਮੈਂ ਗਹਿਓ ਜਾਂ ਕੈ ਸਮ ਨਹੀਂ ਕੋਏ। ਜਿਸ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਮੁੰਦਾਵਣੀ ਮਹੱਲਾ ਪੰਜਵਾਂ ਪੜੋ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਆ, ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ। ਸਤਿਗੁਰੂ ਜੀ ਆਪ ਜੀ ਦੀ ਬਾਣੀ ਜਿਹੜੀ ਹੈ ਧਰਤੀ ਰੂਪ ਆ ਤੇ ਨਾਮ ਰੂਪੀ ਬੂਟੇ ਨੂੰ ਪੈਦਾ ਕੀਤਾ, ਤੇ ਉਹ ਨਾਮ ਰੂਪੀ ਬੂਟੇ ਦੀ ਮਹਿਕ ਸਾਰੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਜੀਵਾਂ ਨੂੰ ਇਹਨੇ ਰੁਸ਼ਨਾਇਆ ਹੋਇਆ। ਨਾਮ ਰੂਪੀ ਬੂਟੇ ਨੇ ਆਕਸੀਜਨ ਭਾਵ ਪਵਿੱਤਰਤਾ ਹੀ ਦਿੱਤੀ ਹੈ, ਤੇ ਜੀਵ ਜਿਹੜੇ ਸੁੱਖ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਤੇ ਲੱਖ ਅਰਥ ਕਰੀ ਜਨ ਕਰਨੀ। ਇਸ ਗੁਰਬਾਣੀ ਦੇ ਅਰਥ ਜਿਨ੍ਹਾਂ ਨੇ ਲੱਖ ਕਹੀਏ ਜਾਣ ਕੇ, ਜਿਹੜੇ ਜਿਹੜੇ ਜੀਵਾਂ ਨੇ ਪਹਿਲਾਂ ਬਾਣੀ ਪੜ੍ਹੀ, ਫਿਰ ਬਾਣੀ ਦੇ ਅੱਖਰੀ ਅਰਥ ਵਿਚਾਰੇ, ਫਿਰ ਉਹਦੇ ਅੰਤਰਤੀ ਭਾਵ ਨੂੰ ਉਚਾਰਨਾ ਕੀਤਾ, ਜਿਹੜੇ ਜਿਹੜੇ ਜੀਵਾਂ ਨੇ ਬਾਣੀ ਨੂੰ ਪੜ੍ਹਿਆ, ਬਾਣੀ ਨੂੰ ਸਮਝਣਾ ਕੀਤਾ ਹੈ ਜੀ। ਰਾਗ ਦ્વੈਕ ਆਗ ਜਤ ਤਨ ਦਰਨੀ। ਉਹਨਾਂ ਜੀਵਾਂ ਦੇ ਰਾਗ ਕਹੀਏ ਪ੍ਰੇਮ। ਰਾਗ ਨਾ ਹੈ ਸੰਸਕ੍ਰਿਤ ਜ਼ੁਬਾਨ ਵਿੱਚ ਪ੍ਰੇਮ ਦਾ, ਤੇ ਦ્વੈਖ ਨਾ ਹੈ ਸੰਸਕ੍ਰਿਤ ਜ਼ੁਬਾਨ ਵਿੱਚ ਈਰਖਾ ਦਾ। ਉਹਨਾਂ ਦਾ ਰਾਗ ਤੇ ਦ્વੈਖ ਦਾ ਝੇੜਾ ਖਤਮ ਹੋ ਗਿਆ। ਅਗ ਨਾ ਹੈ ਪਾਪਾਂ ਦਾ, ਉਹਨਾਂ ਦੇ ਪਾਪ ਕੱਟੇ ਗਏ ਨੇ। ਰਾਗ ਦ્વੈਖ ਤੇ ਪਾਪ, ਇਹ ਤਿੰਨੇ ਚੀਜ਼ਾਂ ਗੁਰਬਾਣੀ ਦੀ ਵਿਚਾਰਧਾਰਾ ਦੇ ਮੁਤਾਬਕ ਜੀਵਨ ਬਤੀਤ ਕਰੀਏ ਤੇ ਤਿੰਨੇ ਚੀਜ਼ਾਂ ਜਿਹੜੀਆਂ ਅੰਦਰੀ ਸਰੀਰ ਦੇ ਅੰਦਰ ਸੜ ਕੇ ਸੁਆਹ ਹੋ ਜਾਂਦੀਆਂ। ਜੇ ਬਾਣੀ ਨੂੰ ਸਮਝੀਏ ਨਾ ਤੇ ਫਿਰ ਕੋਈ ਬਗਾਨੇ ਨਾਲ ਮਨੁੱਖ ਈਰਖਾ ਵਾ ਦੰਦੀ ਨੱਕ ਦੰਦੀ ਵੱਟਦਾ। ਆਪਣੇ ਨੂੰ ਵੇਖ ਕੇ ਬੰਦਾ ਦੂਰੋਂ ਬਾਹਾਂ ਲਾਰ ਲੈਂਦਾ ਕਿ ਮੇਰਾ ਆਪਣਾ ਗਲਵੱਕੜੀ ਪਾ ਕੇ ਮਿਲਦਾ। ਇਹ ਜਿਹੜਾ ਤੇ ਪਾਪ ਜਿਹੜੇ ਨੇ, ਪਾਪਾਂ ਦੇ ਸਿਰ ਤੇ ਕਈ ਬੰਦੇ ਤੇ ਬਲਬੂਤੇ ਤੇ ਜਿਉਂਦੇ ਪਏ ਆ। ਕਈਆਂ ਨੂੰ ਪਾਪ ਫਲਦਾ ਬੜਾ। ਜ਼ੋਰ ਜ਼ੁਲਮ ਫੂਲੈ ਘਣੋ ਕਾਚੀ ਦੇ ਬਕਾਰ। ਪਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਹੜੇ ਜੀਵਾਂ ਤੇ ਮਾਲਕ ਰਹਿਮਤ ਕਰੇ, ਜੇ ਬਾਣੀ ਦੇ ਸਿਧਾਂਤ ਦੀ ਅੰਦਰ ਵਿਚਾਰਧਾਰਾ ਵਿਸ਼ਰਾਮ ਕਰ ਜਾਏ ਤੇ ਜੀਵ ਨੂੰ ਰਾਗ ਦ્વੈਖ ਤੇ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ। ਗੁਰਬਾਣੀ ਵਰ ਜਾਣਿਆ ਚਰਨੀ। ਗੁਰਬਾਣੀ ਵਰ ਕਹੀਏ, ਜਿਵੇਂ ਆਪਾਂ ਕਹਿੰਦੇ ਆ ਵੀ ਕਿਸੇ ਦਾ ਵਰ ਵਰਨਾ, ਅਕਾਲ ਮੂਰਤ ਵਰ ਪਾਇਆ ਵਿਨਾਸੀ, ਭਾਵ ਸੁਹਾਗ ਭਾਗ ਦੀ ਗੱਲ ਹੈ। ਜਿਹੜੇ ਜਿਹੜੇ ਜੀਵਾਂ ਨੇ ਆਪ ਕਾਮਣ ਬਣ ਕੇ, ਇਸਤਰੀ ਬਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਆਪਣਾ ਪਤੀ ਪਰਮੇਸ਼ਰ ਜਾਣਿਆ, ਤੇ ਸਾਨੂੰ ਇਹ ਸਾਡਾ ਰਿਸ਼ਤਾ ਹੈ। ਜੇ ਕਿਸੇ ਨੇ ਪਤੀ ਦਾ ਰਿਸ਼ਤਾ ਬਣਾਉਣਾ ਹੋਵੇ ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਮੈਂ ਕਾਮਣ ਮੇਰਾ ਕੰਤ ਕਰਤਾਰ। ਮੈਂ ਜੀਵ ਰੂਪੀ ਇਸਤਰੀ ਹਾਂ ਤੇ ਮੇਰਾ ਜਿਹੜਾ ਕੰਤ ਆ ਉਹ ਅਕਾਲ ਪੁਰਖ ਵਾਹਿਗੁਰੂ ਹੈ। ਠਾਕੁਰ ਏਕ ਸੁਬਾਈ ਨਾਰ। ਅਸੀਂ ਸਾਰੀਆਂ ਜੀਵ ਰੂਪੀ ਇਸਤਰੀਆਂ ਵਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਹੀ ਅਨੇਕਤਾ ਦੇ ਵਿੱਚ ਸਮਾਏ ਹੋਏ ਪਤੀ ਪਰਮੇਸ਼ਰ ਹਨ। ਹਿਰਦੇ ਵਿਕਾਰਨ ਤਿਨ ਕੇ ਸ਼ਰਨੇ। ਜਿਹੜੇ ਹਿਰਦੇ ਦੇ ਵਿੱਚ ਮੰਦੀ ਵਾਸ਼ਨਾ ਪੈਦਾ ਹੁੰਦੀ ਹੈ, ਉਹ ਸਾਰੀ ਦੀ ਸਾਰੀ ਜਿਹੜੀ ਹੈ ਦਗਧ ਹੋ ਜਾਂਦੀ ਹੈ। ਪ੍ਰੇਮ ਪਰਮੇਸ਼ਰ ਕੀ ਇਹ ਘਰ ਨਹੀਂ। ਪਰਮਾਤਮਾ ਦੇ ਨਾਲ ਜਿਸ ਬੰਦੇ ਦਾ ਪ੍ਰੇਮ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜੇ। ਜਿਉਂ-ਜਿਉਂ ਬਾਣੀ ਪੜ੍ਹੇਗਾ, ਬਾਣੀ ਸੁਣੇਗਾ, ਪਰਮਾਤਮਾ ਦੇ ਨਾਲ ਪ੍ਰੇਮ ਵੱਧਦਾ ਜਾਏਗਾ। ਪਿਆਰ ਦਾ ਘਰ ਆ ਬਾਣੀ। ਬਾਣੀ ਦੁੱਧ ਦੇਵੇ, ਬਾਣੀ ਪੁੱਤ ਦੇਵੇ, ਦੇਵੇ ਦੌਲਤਾਂ ਦਾ ਭੰਡਾਰ ਬਾਣੀ। ਬਾਣੀ ਹੰਕਾਰ ਹੰਕਾਰੀ ਦਾ ਤੋੜ ਦੇਵੇ, ਦੇਵੇ ਨੀਚ ਤੋਂ ਨੀਚ ਨੂੰ ਸਤਕਾਰ ਬਾਣੀ। ਬਾਣੀ ਮਾਂ ਹੈ ਮੇਰੀ ਖਾਲਸਾ ਜੀ, ਦੇਵੇ ਮਾਂ ਤੋਂ ਵੱਧ ਪਿਆਰ ਬਾਣੀ। ਬਾਣੀ ਤੇ ਪਿਆਰ ਦਾ ਘਰ ਆ। ਜਿਹੜਾ ਜਿਹੜਾ ਜੀਵ ਬਾਣੀ ਨਾਲ ਪਿਆਰ ਕਰਦਾ, ਉਹਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਜਿਹੜਾ ਦਿਨ ਬਾ ਦਿਨ ਵੱਧਦਾ ਜਾਂਦਾ ਹੈ। ਪ੍ਰੇਮ ਪਰਮੇਸ਼ਰ ਕੀ ਇਹ ਘਰ ਨੇ। ਪਰਮਾਤਮਾ ਦੇ ਪਿਆਰ ਦਾ ਇਹ ਘਰ ਆ। ਜਿਨੇ ਜੀਵ ਨੇ ਇੱਥੇ ਰਹਿਣਾ, ਉਹਨੂੰ ਪਿਆਰ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਮਿਲੀ ਰਹਿ ਨੇਤਾ ਸਵਰਨ ਵਰਨੀ। ਜਿਹੜਾ ਜੀਵ ਗੁਰਬਾਣੀ ਦੇ ਨਾਲ ਸਾਰੀ ਸੰਗਤ ਮਿਲ ਕੇ ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ, ਉਹਨਾਂ ਦੀ ਸੁਰਤ ਜਿਹੜੀ ਹੈ ਸ਼ਬਦ ਨਾਲ ਮਿਲ ਜਾਂਦੀ ਹੈ। ਤੇ ਜਦੋਂ ਸੁਰਤ ਸ਼ਬਦ ਨਾਲ ਮਿਲ ਜਾਏ ਤੇ ਉਦੋਂ ਜੀਵ ਨੂੰ ਕਿਸੇ ਵੀ ਗੱਲ ਦਾ ਤੋੜਾ ਨਹੀਂ ਰਹਿੰਦਾ। ਸ਼ਬਦ ਸੁਰਤ ਨਾਲ ਮਿਲ ਜਾਏ ਤੇ ਗੁਰੂ ਸਾਹਿਬ ਦੀਆਂ ਅਨੇਕਾਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਨਿਜ ਦਾਸਨ ਕੀ ਕੇਵਲ ਕਰਨੀ। ਹੁਣ ਜਿਹੜੇ ਰੱਬ ਦੇ ਨਿਜ ਦਾਸਣ ਸਤਿਗੁਰੂ ਨੇ ਜਿਹੜੇ ਆਪਣੇ ਦਾਸ ਬਣਾਏ ਹੋਏ ਨੇ, ਉਹਨਾਂ ਦੇ
ਰੱਬ ਦੀ ਸ੍ਰੇਸ਼ਟ ਕਰਨੀ ਉਹਨਾਂ ਦੇ ਵਾਸਤੇ ਉੱਤਮ ਕਰਮ ਆ। ਉਹ ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ, ਬਾਣੀ ਵਿਚਾਰਦੇ ਨੇ, ਬਾਣੀ ਹੋਰਾਂ ਨੂੰ ਪੜ੍ਹਾਉਂਦੇ ਨੇ, ਬਾਣੀ ਦੀ ਸੇਵਾ ਕਰਦੇ। ਇਹ ਨਿੱਜੀ ਸੇਵਕਾਂ ਦੇ ਪਾਰ ਉਤਾਰੇ ਦਾ ਇੱਕ ਸਾਧਨ ਆ ਬਾਣੀ। ਜਿਨ੍ਹਾਂ ਨੇ ਬੇੜਾ ਪਾਰ ਲਵਾਉਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਪਿਆਰ ਕਰੋ ਜੀ। ਸਿੰਘਨ ਸਾਮੈ ਤਿਸਨਾ ਕਰਨੀ। ਜਿਵੇਂ ਜੰਗਲ ਦੇ ਵਿੱਚ ਸ਼ੇਰਨੀ ਜਿਹੜੀ ਆ ਉਹ ਰਾਜ ਕਰਦੀ ਆ, ਉਹ ਦੂਜੇ ਜੀਵਾਂ ਨੂੰ ਆਪਣੇ ਚੁਗਲ ਵਿੱਚ ਲੈ ਲੈਂਦੀ ਹੈ। ਠੀਕ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਤ੍ਰਿਸ਼ਨਾ ਰੂਪੀ ਜਿਹੜੀ ਵਾਸ਼ਨਾ ਸਾਡੀ, ਉਹਨਾਂ ਨੂੰ ਵਸ ਵਿੱਚ ਕਰਨ ਵਾਸਤੇ ਗੁਰਬਾਣੀ ਸ਼ੇਰਨੀ ਦਾ ਰੂਪ ਹੈ ਜੀ। ਮਹਿਦਾ ਅਵਿਦਿਆ ਚੰਚਲ ਹਰਨੀ। ਸਾਡੇ ਸਰੀਰ ਦੇ ਅੰਦਰ 5 ਦੋਸ਼ ਨੇ। ਆਪਾਂ ਤਾਂ ਕਦੇ ਝਾਤੀ ਨਹੀਂ ਮਾਰੀ, ਵੱਧ ਤੋਂ ਵੱਧ ਪਤਾ ਹੋਵੇਗਾ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ। ਰਾਗ, ਦਵੈਖ, ਅਵਿਦਿਆ, ਅਸ਼ਮਤਾ ਤੇ ਅਭਿੰਨ ਵੇਸ਼, 5 ਦੋਸ਼ ਨੇ। ਮਹਾਰਾਜ ਕਹਿਣ ਲੱਗੇ ਜਿਹੜੀ ਜਿਵੇਂ ਸੰਸਾਰ ਦੇ ਵਿੱਚ ਜੰਗਲ ਦੇ ਵਿੱਚ ਹਰਨੀਆਂ ਹੁੰਦੀਆਂ ਨਾ, ਹਰਨੀਆਂ ਦੌੜਦੀਆਂ ਨੇ, ਇਸੇ ਤਰ੍ਹਾਂ ਸਰੀਰ ਰੂਪੀ ਧਰਤੀ ਦੇ ਟੁਕੜੇ ਅੰਦਰ ਜੰਗਲ ਦੀ ਨਿਆਈ ਹੈ। ਵਿਕਾਰਾਂ ਦਾ ਜਿਹੜਾ ਘਾਹ ਫੂਸ ਉੱਗਿਆ ਹੋਇਆ, ਬਦੀਆਂ ਜਿਹੜੀਆਂ, ਉਹ ਬੜਾ ਕੁਛ। ਸਾਡੇ ਸਰੀਰ ਦੇ ਅੰਦਰ ਜਿਹੜੀ ਸਾਡੀ ਮੰਦੀ ਵਾਸ਼ਨਾ ਆ, ਉਹ ਇੱਕ ਹਰਨੀ ਦੀ ਨਿਆਈ ਹੈ। ਚੰਚਲਤਾਈ ਜਿਹੜੀ ਸਾਡੇ ਮਨ ਦੀ ਚੰਚਲਤਾਈ, ਉਹ ਹਰਨ ਵਾਂਗੂ ਚੁੰਗੀਆਂ ਭਰਦੀ ਚੰਚਲਤਾਈ ਵਾਸ਼ਨਾ, ਜਿਹੜੀ ਕਦੇ ਮੰਦੇ ਪਾਸੇ ਕਦੇ ਚੰਗੇ ਪਾਸੇ ਇਧਰ ਉਧਰ ਦੌੜਦੀ ਫਿਰਦੀ। ਸਰੀਰ ਰੂਪੀ ਜੰਗਲ ਦੇ ਅੰਦਰ ਵਾਸ਼ਨਾ ਜਿਹੜੀ ਹੈ ਹਰਨੀ ਦੇ ਰੂਪ ਵਿੱਚ ਵਿਚਰ ਰਹੀ ਹੈ ਜੀ। ਕਰਨ ਜ ਬਲ ਕੋ ਤਰਛੈ ਨ ਹਰਨੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹਨਾਂ ਚੀਜ਼ਾਂ ਨੂੰ ਫਟਾਫਟ, ਜਿਵੇਂ ਹਰਨੀ ਦੌੜਨ ਭਰਦੀ ਹੋਵੇ, ਹਰਨੀ ਜਿਹੜੀ ਹੈ ਚੁੰਗੀਆਂ ਭਰਦੀ ਹੋਵੇ, ਸ਼ੇਰਨੀ ਨੂੰ ਕਾਬੂ ਕਰ ਲੈਂਦੀ ਹੈ। ਠੀਕ ਇਸੇ ਤਰ੍ਹਾਂ ਮਨ ਦੀਆਂ ਮੰਦੀਆਂ ਵਾਸ਼ਨਾਵਾਂ ਦੇ ਉੱਤੇ ਗੁਰੂ ਕੀ ਬਾਣੀ ਵਸ਼ੀਕਾਰ ਕਰਦੀ ਹੈ। ਇਹੋ ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀਓ ਮਨ ਹੋੜੀਏ। ਗੁਰੂ ਦੇ ਸ਼ਬਦ ਰਾਹੀਂ ਮਨ ਦੀਆਂ ਮੰਦੀਆਂ ਵਾਸ਼ਨਾਵਾਂ ਦੇ ਉੱਤੇ ਵਸ਼ੀਕਾਰ ਕੀਤਾ ਜਾਂਦਾ ਹੈ। ਸੋ ਬਾਣੀ ਕੀ ਸੁਣੀ ਪ੍ਰਸ਼ੰਸਾ। ਹੁਣ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੀ ਪਾਕ ਪੁੱਤਰ ਬਾਣੀ ਦੀ ਮਹਿਮਾ ਸਰਵਣ ਕੀਤੀ ਹੈ। ਜੋ ਦਾਸਨ ਕੇ ਨਾਸ਼ਨ ਸੰਸਾ। ਜਿਹੜੇ ਸਿੱਖਾਂ ਦੇ ਮਨ ਦੇ ਵਿੱਚ ਸੰਸੇ ਸਨ, ਉਹ ਸਾਰੇ ਦੇ ਸਾਰੇ ਜਿਹੜੇ ਨਾਸ ਹੋ ਗਏ। ਜੇ ਸਾਡੇ ਮਨ ਵਿੱਚ ਕੋਈ ਸੰਸਾ ਹੈ ਨਾ, ਤੇ ਮਹਾਰਾਜ ਰੋਜ਼ ਬਖਸ਼ਿਸ਼ ਕਰਦੇ ਨੇ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸੈਸਾ ਨਾ ਜਾਏ। ਨਹਿ ਜਾਏ ਸੈਸਾ ਕਿਤੇ ਸੰਜਮ, ਰਹਿ ਕਰਮ ਕਮਾਏ। ਸਹਸੇ ਜੀਉ ਮਲੀਨ ਹੈ। ਸਾਡਾ ਮਨ ਜਿਹੜਾ ਕਿਉਂ ਮੈਲਾ? ਕਿਉਂਕਿ ਮਨ ਦੇ ਉੱਤੇ ਸੰਸੇ ਲੱਗੇ ਹੋਏ। ਸਹਸਾ ਜੀਉ ਮਲੀਨ ਹੈ, ਕਿਤੇ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ। ਜਿਨੇ ਆਪਣਾ ਮਨ ਧੋਣਾ, ਮਨ ਪਵਿੱਤਰ ਕਰਨਾ, ਉਹ ਸ਼ਬਦ ਨਾਲ ਲੱਗੇ। ਉਹ ਮੂਰਤੀਆਂ ਦੀ ਪੂਜਾ ਨਾ ਕਰੇ, ਸਰੀਰਾਂ ਦੀ ਪੂਜਾ ਨਾ ਕਰੇ, ਪ੍ਰਕਿਰਤੀ ਦੀ ਪੂਜਾ ਨਾ ਕਰੇ, ਐਵੇਂ ਮਨੁੱਖਾਂ ਦੀ ਪੂਜਾ ਨਾ ਕਰੇ। ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਸਮਾਏ। ਹਰ ਪਲ ਹਰ ਘੜੀ ਵਾਹਿਗੁਰੂ ਦੇ ਨਾਲ ਚਿੱਤ ਜੋੜ ਕੇ ਰੱਖੋ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਜਿਹੜਾ ਸਹਿਸਾ ਗੁਰੂ ਦੀ ਕਿਰਪਾ ਸਦਕਾ ਜਾਂਦਾ। ਸਤਿਗੁਰਾਂ ਕਿਰਪਾ ਕੀਤੀ, ਆਪਣੇ ਨਿੱਜੀ ਸੇਵਕਾਂ ਦੇ ਸਾਰੇ ਸ਼ੰਕੇ ਜਿਹੜੇ ਨੇ ਬਾਣੀ ਪੜ੍ਹਾ ਕੇ, ਬਾਣੀ ਨਾਲ ਜੋੜ ਕੇ ਸ਼ੰਕੇ ਖਤਮ ਕਰ ਦਿੱਤੇ ਹਨ। ਸੰਗਤ ਪਰ ਪ੍ਰਸੰਨ ਗੁਰ ਹੋਏ। ਸਾਰੀ ਸੰਗਤ ਦੀ ਸੇਵਾ ਵੇਖ ਕੇ, ਸੰਗਤ ਵਿੱਚ ਬੈਠ ਕੇ ਇਕਾਗਰਤਾ ਵੇਖ ਕੇ ਧੰਨ ਗੁਰੂ ਹਰਿ ਰਾਏ ਪਾਤਸ਼ਾਹ ਬੜੇ ਖੁਸ਼ ਹੋਏ ਹਨ। ਕਿਰਪਾ ਦਰਸੋ ਸਗਰੇ ਜੋਏ। ਸਤਿਗੁਰੂ ਸਾਰੀਆਂ ਸੰਗਤਾਂ ਉੱਤੇ ਕਿਰਪਾ ਭਾਵ ਨਦਰ ਸਵੱਲੀ ਕਰ ਰਹੇ ਹਨ। ਭਗਤਾਂ ਕੋਰਾ ਸਵਨ ਕੇ ਉਗਿਓ। ਭਗਤਾਂ ਦੇ ਮਨ ਦੇ ਵਿੱਚ ਪ੍ਰੇਮ, ਸਰਦਾ, ਭਾਵਨਾ, ਦੇਵੀ ਗੁਣਾ ਦਾ ਫੁਟਾਰਾ ਜਿਹੜਾ ਉਹ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਫੁੱਟਿਆ ਹੈ ਜੀ। ਭਜ ਵਿਸ਼ਿਆ ਮਨ ਸਿਮਰਨ ਲਗਿਓ। ਗੁਰੂ ਸਾਹਿਬ ਦੇ ਨਾਮ ਦੀ ਜਿੱਥੇ ਖੇਤੀ ਮਹਿਕ ਪੈਣਾ, ਉੱਥੇ ਸਾਰੇ ਵਿਸ਼ੇ ਵਿਕਾਰ ਜਿਹੜੇ ਨੇ ਦੱਬ ਜਾਂਦੇ। ਤੇ ਸਤਿਗੁਰਾਂ ਦੇ ਨਾਮ ਦੀ ਜਿਹੜੀ ਵਡਿਆਈ ਉਹ ਹਿਰਦੇ ਵਿੱਚੋਂ ਪਰਬਲ ਹੋ ਜਾਂਦੀ। ਹਰਿ ਕਾ ਨਾਮ ਧਿਆਏ ਕੇ ਹੋ ਹਰਿਆ ਪਾਈ। ਗੁਰੂ ਕੇ ਸਿੱਖ ਨਾਮ ਬਾਣੀ ਨਾਲ ਜੁੜ ਕੇ ਦੇਵੀ ਗੁਣਾ ਦਾ ਭੰਡਾਰਾ ਭਰਦੇ ਨੇ, ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਕਰੇ ਕਰਤਾਰਥ ਸ਼ੁਭ ਮਗ ਪਾਏ। ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਸੇਵਾ ਤੇ ਸਿਮਰਨ ਦੀਆਂ ਦਾਤਾਂ ਦੇ ਕੇ ਕਰਤਾਰਥ ਕੀਤਾ। ਤੇ ਇਹਨਾਂ ਸਿੱਖਾਂ ਨੂੰ ਇੱਕ ਉਪਦੇਸ਼ ਦ੍ਰਿੜ ਕਰਾਇਆ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।
ਸੁਭ ਨੇਕੀ ਦੇ ਮਾਰਗ ਤੇ ਆਪਣੇ ਸਿੱਖਾਂ ਨੂੰ ਤੋਰਿਆ ਹੈ ਜੀ। ਲਖੀ ਗੁਰੂ ਮਹਿਮਾ ਅਧਿਕਾਏ। ਸਿੱਖਾਂ ਨੇ ਵੀ ਸਤਿਗੁਰਾਂ ਦੀ ਮਹਿਮਾ ਬਹੁਤ ਜ਼ਿਆਦਾ ਜਿਹੜੀ ਉਹ ਸਰਵਣ ਕੀਤੀ ਹੈ, ਜਾਣਨਾ ਕੀਤੀ ਹੈ। ਲੱਖੋਂ ਸਿੱਖਿਆ ਨਾ ਸ਼ੁਭ ਗਤ ਪਾਈ। ਲੱਖਾਂ ਹੀ ਸਿੱਖਾਂ ਨੇ ਸਤਿਗੁਰਾਂ ਦੇ ਦਰ ਤੋਂ ਸ਼ੁਭ ਗਤ ਕਹੀਏ ਮੁਕਤੀ ਦੀ ਦਾਤ ਪ੍ਰਾਪਤ ਕੀਤੀ। ਕਿਸੇ ਨੇ ਨਸ਼ੇ ਤੋਂ ਮੁਕਤੀ ਪਾ ਲਈ, ਕਿਸੇ ਨੇ ਕੁਰੈਤਾਂ ਤੋਂ ਪਾ ਲਈ, ਕਿਸੇ ਨੇ ਬਦੀਆਂ ਤੋਂ, ਕਿਸੇ ਨੇ ਸੰਸਾਰ ਦੇ ਬੰਧਨਾਂ ਤੋਂ, ਕਿਸੇ ਨੇ ਔਗਣਾਂ ਤੋਂ। ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਰੋਜ਼ ਆਉਣਾ ਹੈ, ਰੋਜ਼ ਆਉਣ ਦਾ ਫਾਇਦਾ ਇਹ ਹੋਣਾ ਗੁਰੂ ਸਾਹਿਬ ਨੇ ਦਾ ਰੋਜ਼ ਇੱਕ ਨਾ ਇੱਕ ਬੰਧਨ ਕੱਟ ਦੇਣਾ। ਇਹ ਹੁਣ ਆਪਾਂ ਵੇਖਣਾ ਰੋਜ਼ ਗੁਰੂ ਸਾਹਿਬ ਦੀ ਹਜ਼ੂਰੀ ਚਾਹੀ ਚਲੀਏ। ਜਿਹੜੇ ਜਿਹੜੇ ਔਗਣਾਂ ਤੋਂ ਆਪਾਂ ਕਨਫਿਊਜ਼ ਆ, ਆਪਾਂ ਦੁਖੀ ਆ ਵੀ ਆਹ ਚੀਜ਼ ਮੇਰੇ ਵਿੱਚ ਗਲਤ ਆ, ਮੈਨੂੰ ਜਿਹੜੀ ਚੀਜ਼ ਆ ਚੰਗੀ ਨਹੀਂ ਲੱਗਦੀ, ਮੇਰੇ ਵਿੱਚ ਔਗਣ ਆ, ਉਹ ਗੁਰੂ ਸਾਹਿਬ ਨੇ ਰੋਜ਼ ਤੁਹਾਡਾ ਹੌਲੀ ਹੌਲੀ ਕੱਟਦਿਆਂ ਇੱਕ ਦਿਨ ਸਾਡੇ ਸਰੀਰ ਦੇ ਅੰਦਰੋਂ ਸਾਰੇ ਔਗਣ ਕੱਟ ਦੇਣੇ ਤੇ ਗੁਣਾਂ ਦੀ ਦਾਤ ਬਖਸ਼ ਦੇਣੀ ਹੈ। ਕਹਿ ਲਗ ਕਵਹਿ ਗੁਰੂ ਵਡਿਆਈ। ਕਹਿਣ ਲੱਗੇ ਹੁਣ ਕਿੱਥੋਂ ਤੱਕ ਸਤਿਗੁਰੂ ਦੇ ਤੇ ਵਡਿਆਈ ਬੜੀ ਵੱਡੀ, ਮੈਂ ਕਿੰਨੀ ਕੁ ਵਡਿਆਈ ਕਰਾਂ ਜੀ। ਇਸ ਪ੍ਰਕਾਰ ਨਿਤ ਕਰਤ ਬਿਲਾਸੇ। ਇਸ ਤਰੀਕੇ ਨਾਲ ਰੋਜ਼ ਸੁਬਾਹ ਸ਼ਾਮ ਸਤਿਗੁਰਾਂ ਦੀ ਵਡਿਆਈ ਕਰਕੇ ਬਿਲਾਸੇ ਕਹੀਏ ਬੜਾ ਆਨੰਦ ਪ੍ਰਾਪਤ ਹੁੰਦਾ ਹੈ। ਸ੍ਰੀ ਸਤਿਗੁਰ ਹਰਿ ਰਾਏ ਪ੍ਰਕਾਸ਼ੇ। ਧੰਨ ਸ੍ਰੀ ਗੁਰੂ ਹਰਿ ਰਾਏ ਪਾਤਸ਼ਾਹ ਦੀ ਮਹਿਮਾ ਜਿਹੜੀ ਹੈ ਚਾਰ ਛਪੇਰੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਤੇ ਮਹਿਮਾ ਜਿਹੜੀ ਹੈ ਬਿਖਰੀ ਹੈ ਸਾਰੇ ਸੰਸਾਰ ਤੇ ਸਤਿਗੁਰਾਂ ਦੀ ਸੋਭਾ ਹੋ ਰਹੀ ਹੈ। ਹਰੇ ਸ਼ੇਸ਼ਟਾ ਕਿਸ ਬਦ ਕੋਈ। ਜਿਸ ਤਰੀਕੇ ਨਾਲ ਵੀ ਕੋਈ ਗੁਰੂ ਸਾਹਿਬਾਂ ਤੋਂ ਕੁਝ ਚੇਸ਼ਟਾ ਕਹੀਏ ਕਿਸੇ ਚੀਜ਼ ਦੀ ਇੱਛਾ ਰੱਖਦਾ ਹੈ ਜੀ। ਸਭ ਬਦ ਸਿੱਖਿਆ ਨਾ ਕੀ ਸ੍ਰੇਹ ਹੋਏ। ਸਤਿਗੁਰੂ ਸਿੱਖਾਂ ਦੀ ਉਹ ਕਾਮਨਾ ਪੂਰੀ ਕਰਦੇ ਨੇ। ਸਿੱਖ ਬੇਅੰਤ ਪ੍ਰਕਾਰ ਦੀਆਂ ਮਨ ਬਾਂਛਿਤ ਦਾਤਾਂ ਪ੍ਰਾਪਤ ਕਰਦੇ ਹਨ। ਨਿਤ ਪ੍ਰਤ ਸੰਗਤ ਆਏ ਹਜ਼ਾਰਨ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆ ਰਹੀਆਂ ਨੇ। ਕੋਈ ਸੇਵਾ ਕਰਕੇ 2-4 ਦਿਨ ਹਫ਼ਤਾ ਰਹਿ ਕੇ ਖੁਸ਼ੀਆਂ ਲੈ ਕੇ ਵਾਪਸ ਜਾ ਰਿਹਾ ਹੈ ਜੀ। ਦੇ ਪਹਾੜ ਲਗਾਏ ਬਾਰਨ। ਸੰਗਤਾਂ ਜਿਹੜੀਆਂ ਆਉਂਦੀਆਂ ਰਸਤਾਂ ਬਸਤਾਂ ਲੈ ਕੇ ਉਹ ਪਹਾੜਾਂ ਦੇ ਅੰਬਾਰ ਕਈਏ ਆਰ ਬੁਖਾਰ ਭਰੇ ਪਏ ਹਨ। ਵੱਡ ਮੇਲਾ ਵਿਸਾਖੀ ਹੋਵਾ। ਇਹ ਵਿਸਾਖੀ ਦਾ ਪੁਰਬ ਜਾਣ ਕੇ ਸੰਗਤਾਂ ਰਸਤਾਂ ਬਸਤਾਂ ਲੈ ਕੇ ਆਈਆਂ ਸੀ ਤੇ ਵਿਸਾਖੀ ਦਾ ਮੇਲਾ ਜਿਹੜਾ ਬੜਾ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਹੈ। ਪੁਰੇ ਕਾਮਨਾ ਸਤਿਗੁਰ ਜੋਵਾ। ਜਿਹੋ ਜੀ ਜਗਿਆਸੂਆਂ ਦੀ ਮਨ ਦੀ ਕਾਮਨਾ ਸੀ ਉਹ ਸਾਰੇ ਦੀ ਸਾਰੀ ਸਤਿਗੁਰਾਂ ਨੇ ਬਖਸ਼ਾਂ ਕਰਕੇ ਪੂਰੀਆਂ ਕੀਤੀਆਂ ਹਨ। ਕੀਰਤਪੁਰ ਬਹੁ ਡੇਰੇ ਪਰੇ। ਕੀਰਤਪੁਰ ਸਾਹਿਬ ਦੀ ਧਰਤੀ ਤੇ ਪੰਡਾਲ ਭਰੇ ਪਏ ਨੇ। ਜਿੱਥੇ ਵੇਖੋ ਸੰਗਤਾਂ ਕੋਈ ਸੇਵਾ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੋਈ ਪਾਣੀ ਪਿਆ ਢੋਂਦਾ, ਕੋਈ ਪੱਖਾ ਚੱਲਦਾ ਪਿਆ। ਇੱਥੇ ਆਦਿਕ ਸੰਗਤਾਂ ਨੇ ਡੇਰੇ ਮੁਕਾਮ ਕੀਤੇ ਹਨ। ਵੱਡ ਭਾਗੀ ਗੁਰ ਦਰਸ਼ਨ ਕਰੇ। ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਦੂਰ ਦਰਾਜ ਤੋਂ ਚੱਲ ਕੇ ਗੁਰੂ ਹਰਿ ਰਾਏ ਪਾਤਸ਼ਾਹ ਦੇ ਦਰਸ਼ਨ ਕਰ ਰਹੀਆਂ ਨੇ, ਬਚਨ ਸੁਣ ਰਹੀਆਂ ਨੇ, ਲਾਹਾ ਪ੍ਰਾਪਤ ਕਰ ਰਹੀਆਂ ਹਨ। ਜੈ ਜੈਕਾਰ ਸੰਗਤਾਂ ਕਰਹੀ। ਸੰਗਤਾਂ ਸਤਿਗੁਰੂ ਹਰਿ ਰਾਏ ਪਾਤਸ਼ਾਹ ਦੀ ਜੈ ਜੈਕਾਰ ਕਰ ਰਹੀਆਂ ਨੇ। ਵੇਖੋ ਸੰਸਾਰ ਦੇ ਅੰਦਰ ਹਰ ਇੱਕ ਜੀਵ ਦੀ ਇੱਛਾ ਹੈ ਜੈ ਜੈਕਾਰ ਜਗਤਰ ਮੈਂ ਲੋਚੈ ਸਭ ਜੀਆ। ਹਰ ਇੱਕ ਬੰਦੇ ਨੂੰ ਕਿ ਮੇਰੀ ਜੈ ਜੈਕਾਰ ਹੋਵੇ। ਨਹੀਂ, ਸਤਿਗੁਰ ਬਖਸ਼ਿਸ਼ ਕਰਦੇ ਆ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜੇ ਉਹਦੀ ਜੈ ਜੈਕਾਰ ਆਪੇ ਉਹਦੀ ਕਰਵਾਉਣ ਦੀ ਲੋੜ ਨਹੀਂ। ਆਪਾਂ ਕਰਾਉਣ ਵਾਸਤੇ ਨਹੀਂ ਆਏ ਆਪਣੀ ਜੈ ਜੈਕਾਰ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਜੈ ਜੈਕਾਰ ਕਰਨ ਵਾਸਤੇ ਆਏ ਹਾਂ। ਧੰਨ ਗੁਰੂ ਹਰਿ ਰਾਏ ਉਚਰਹਿ। ਸਾਰੀ ਸੰਗਤ ਤੇ ਗਥਨ ਕਰ ਰਹੀ ਹੈ ਧੰਨਿਆ ਗੁਰੂ ਹਰਿ ਰਾਏ ਪਾਤਸ਼ਾਹ, ਧੰਨਿਆ ਗੁਰੂ ਹਰਿ ਰਾਏ ਪਾਤਸ਼ਾਹ ਜਿਹੜੇ ਸੁਬਾਹ ਤੋਂ ਲੈ ਕੇ ਪਹਿਰ ਰਾਤ ਗਈ ਤੱਕ ਸੰਗਤਾਂ ਨੂੰ ਬਚਨ ਵੀ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਨਾਲੇ ਦਰਸ਼ਨ ਦਿੰਦੇ ਆ, ਨਾਲੇ ਸੰਗਤਾਂ ਨੂੰ ਬਖਸ਼ਾਂ ਕਰ ਰਹੇ ਹਨ। ਜਿਸ ਕੋ ਬਾਗ ਜਥਾ ਹੋਏ ਜਾਏ। ਜਿਸ ਤਰੀਕੇ ਦੇ ਨਾਲ ਕੋਈ ਆ ਕੇ ਮੰਗਦਾ ਸਤਿਗੁਰੂ ਉਸੇ ਤਰ੍ਹਾਂ ਨੂੰ ਵਾਕ ਕਹੀਏ ਤੇ ਆਪਣਾ ਬਚਨ ਦਿੰਦੇ ਨੇ। ਜੇ ਕੋਈ ਆ ਕੇ ਸੁੱਖ ਮੰਗਦਾ ਮਹਾਰਾਜ ਕਹਿੰਦੇ ਸੇਵਾ ਕਰੋ ਤੁਹਾਨੂੰ ਸੁੱਖ ਮਿਲ ਜਾਏਗਾ। ਜੇ ਕੋਈ ਪੁੱਤ ਮੰਗਦਾ ਮਹਾਰਾਜ ਆਖਦੇ ਆ ਸਿਮਰਨ ਕਰੋ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭਰੋਸਾ ਰੱਖੋ ਤੁਹਾਨੂੰ ਪੁੱਤਰ ਦੀ ਦਾਤ ਮਿਲੇਗੀ। ਜਿਵੇਂ ਸਤਿਗੁਰੂ ਮੁਖ ਦੇ ਵਿੱਚੋਂ ਬਾਕ ਉਚਾਰਨ ਕਰ ਦਿੰਦੇ ਹਨ। ਸੋ ਨਰ ਤਤਸਨ ਫਲ ਕੋ ਪਾਏ। ਉਹ ਜਗਿਆਸੂ ਉਹ ਸੇਵਕ ਜਿਹੜਾ ਉਸੇ ਵੇਲੇ ਹੀ ਉਹਦੀ ਜਿਹੜੀ ਝੋਲੀ ਹੈ ਦਾਤਾਂ ਦੇ ਨਾਲ ਭਰ ਜਾਂਦੀ ਹੈ। ਇਹ ਧੰਨ ਸ੍ਰੀ ਗੁਰੂ ਹਰਿ ਰਾਏ ਪਾਤਸ਼ਾਹ ਆਪਣੀਆਂ ਸਿੱਖ ਸੰਗਤਾਂ ਨੂੰ ਨਾਮ ਦੀਆਂ ਦਾਤਾਂ ਦੇ ਰਹੇ ਨੇ। ਸੰਸਾਰ ਦੇ ਤਲ ਤੇ ਜੋ ਸਿੱਖਾਂ ਦੀਆਂ ਕਾਮਨਾਵਾਂ ਨੇ ਉਹ ਪੂਰੀਆਂ ਕਰ ਰਹੇ ਆ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ।
ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਜੇ ਗੁਰੂ ਹਰਿ ਰਾਏ ਪਾਤਸ਼ਾਹ ਦੇ ਦਰ ਦੀ ਸੇਵਾ ਕੀਤਿਆਂ, ਸਿਮਰਨ ਕੀਤਿਆਂ ਉਸ ਵੇਲੇ ਸੰਗਤਾਂ ਨੂੰ ਮਨ ਬਾਂਛਿਤ ਫਲ ਮਿਲਦੇ ਸੀ ਨਾ, ਤੇ ਜੇ ਉਸੇ ਤਰ੍ਹਾਂ ਅੱਜ ਅਸੀਂ ਵੀ ਭਾਵਨਾ ਦੇ ਨਾਲ ਜਦੋਂ ਸਤਿਗੁਰਾਂ ਦੇ ਦਰ ਦੀ ਤਨ ਮਨ ਧਨ ਕਰਕੇ ਸੇਵਾ ਕਰੀਏ, ਸਾਨੂੰ ਵੀ ਸਤਿਗੁਰੂ ਉਹ ਦਾਤਾਂ ਅੱਜ ਦੇ ਕੇ ਨਿਵਾਜ ਰਹੇ ਨੇ, ਆਉਂਦੇ ਸਮੇਂ ਤੱਕ ਨਿਵਾਜਦੇ ਰਹਿਣਗੇ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ। ਇਹ ਲੜੀਵਾਰ ਕਥਾ ਇਸੇ ਤਰ੍ਹਾਂ ਚੱਲਦੀ ਰਹਿਣੀ। ਆਪ ਹੁਣ ਇਹਦੇ ਵਿੱਚ ਰਸ 'ਚ ਜੁੜੇ ਹੋ। ਕੱਲ ਤੋਂ ਸਤਿਕਾਰਯੋਗ ਗਿਆਨੀ ਨਰਿੰਦਰ ਸਿੰਘ ਜੀਆਂ ਨੇ ਹਾਜ਼ਰੀਆਂ ਭਰ ਕੇ ਆਪ ਜੀਆਂ ਨੂੰ ਨਾਮ ਬਾਣੀ ਨਾਲ ਜੋੜਨਾ ਹੈ ਤੇ ਲੜੀ ਚੱਲੀ ਰਹਿ, ਮਨ ਸਤਿਗੁਰਾਂ ਦੇ ਚਰਨਾਂ ਨਾਲ ਜੁੜਿਆ ਰਹਿ ਤੇ ਹੌਲੀ ਹੌਲੀ ਇੱਕ ਨਾ ਇੱਕ ਦਿਨ ਸਤਿਗੁਰੂ ਦੀ ਬਚਨ ਨੇ ਕਹਿਣੇ ਵਾਲੇ ਤੇਰੇ ਰਹਿ ਸਮਾਏ। ਜਿਹੜੇ ਵਾਹਿਗੁਰੂ ਦਾ ਜਸ ਕਹਿੰਦੇ ਰਹਿੰਦੇ ਨੇ ਇੱਕ ਨਾ ਇੱਕ ਦਿਨ ਵਿੱਚ ਸਮਾਜ ਨੇ। ਚਲੋ ਸਮਾਂ ਤੇ ਲੱਗੇਗਾ, ਦੂਰੀ ਬਹੁਤ ਹੈ ਨਾ, ਸਾਡੀ ਕਈ ਯੁੱਗਾਂ ਦੀ ਦੂਰੀ ਬਣੀ ਆ, ਹੌਲੀ ਹੌਲੀ ਮਿਟੇਗੀ ਤੇ ਸਾਨੂੰ ਆਪਣੇ ਮੰਜ਼ਿਲ ਤੇ ਸਫ਼ਰ ਕਰਦੇ ਰਹਿਣਾ ਚਾਹੀਦਾ। ਗੁਰੂ ਸਾਹਿਬ ਕਿਰਪਾ ਕਰਨ, ਪਿਛਲੇ ਦਿਨਾਂ ਤੋਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਧੰਨਵਾਦ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਗਿਆਨੀ ਨਰਿੰਦਰ ਸਿੰਘ ਜੀ, ਸਰਦਾਰ ਸਾਧੂ ਸਿੰਘ ਜੀ, ਗਿਆਨੀ ਜਸਵਿੰਦਰ ਸਿੰਘ ਜੀ, ਹੋਰ ਅਨੇਕਾਂ ਗੁਰੂ ਕੇ ਸਿੱਖ ਨੇ ਜਿਨ੍ਹਾਂ ਦੇ ਦਾਸ ਨਾਂ ਨਹੀਂ ਜਾਣਦਾ, ਗੁਰੂ ਸਾਹਿਬ ਜਾਣਦੇ ਆ। ਗੁਰੂ ਸਾਹਿਬ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇਸੇ ਤਰ੍ਹਾਂ ਹੀ ਗੁਰੂ ਘਰ ਦੀ ਸੇਵਾ ਤਤਪਰ ਹੋ ਕੇ ਕਰਨ ਦਾ ਬਲ ਦੁਮ ਤਾਕਤਾਂ ਬਖਸ਼ਿਸ਼ ਕਰਨ। ਨਾਮ ਬਾਣੀ ਦਾ ਜਿਹੜਾ ਪ੍ਰਵਾਹ ਚੱਲਦਾ ਰਹੇ, ਲਾਗ ਤੇ ਦੀਵਾਨ ਰਹਿ, ਦੀਵਾਨ ਇਸੇ ਤਰ੍ਹਾਂ ਸਜਦੇ ਰਹਿਣ। ਸ਼ਹੀਦਾਂ ਮਰੀਦਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਰਹਿਣ। ਗੁਰੂ ਸਾਹਿਬ ਦੇ ਅਵਤਾਰ ਪੁਰਬ, ਗੁਰਤਾ ਗੱਦੀ ਦਿਵਸ, ਸ਼ਹਾਦਤ ਦੇ ਦਿਹਾੜੇ ਉਹ ਇਸੇ ਤਰ੍ਹਾਂ ਹੀ ਮਨਾਉਂਦੇ ਜਾਂਦੇ ਰਹਿਣ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ। ਸੋਝੀ ਵਾਲੇ ਸਤਿਪੁਰਸ਼ ਆਉਂਦੇ ਰਹਿਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਨ ਬਚ ਕਰਮਾਂ ਕਰਕੇ ਜਿਹੜੇ ਪੁਜਾਰੀ ਬਣ ਚੁੱਕੇ ਆ, ਉਹ ਇੱਥੇ ਆਉਂਦੇ ਰਹਿਣ। ਸੰਗਤਾਂ ਨੂੰ ਨਾਮ ਬਾਣੀ ਦੀ ਨਵੀਂ ਤੋਂ ਨਵੀਂ ਜਿਹੋ ਜੀ ਮਾਲਕ ਨੇ ਬਖਸ਼ਿਸ਼ ਕਰਨੀ, ਉਹਨੇ ਉਹੋ ਜੀ ਦਾਤ ਆਪ ਜੀ ਨੂੰ ਵਰਤਾਉਣੀ ਹੈ। ਆਪ ਆਪਣੀ ਬੁੱਧ ਖੈ ਜੇਤੀ, ਬਰਨਤ ਭਿੰਨ ਭਿੰਨ ਤੁਹ ਤੇਤੀ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ ਪੰਥ ਮਹਾਰਾਜ ਕੇ। ਵਿਦੇਸ਼ ਦੀ ਧਰਤੀ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਤਿਹ ਦੇ ਨਿਸ਼ਾਨ ਇਸੇ ਤਰ੍ਹਾਂ ਝੁਲਦੇ ਰਹਿਣ। ਇਹ ਤਾਂ ਨਿਸ਼ਾਨ ਸਭ ਝੁਲਦੇ ਰਹਿਣੇ ਨੇ। ਦੀਵਾਨ ਤਾਂ ਲੱਗਣੇ ਨੇ ਜੇ ਤੁਸੀਂ ਦੀਵਾਨ ਵਿੱਚ ਆ ਕੇ ਸ਼ਿਰਕਤ ਕਰਨੀ। ਵਿਦਵਾਨਾਂ ਨੇ, ਸੁਜਾਨਾਂ ਨੇ ਆ ਕੇ ਤਾਂ ਗਾਉਣਾ ਆ ਜੇ ਤੁਸਾਂ ਦਾ ਸਾਥ ਦੇਣਾ, ਸੁਣਨਾ ਆ ਕੇ। ਲੰਗਰ ਤਾਂ ਚੱਲਣੇ ਜੇ ਤੁਸਾਂ ਰਸਤਾਂ ਬਸਤਾਂ ਲਿਆ ਕੇ ਇੱਥੇ ਭੇਟਾ ਕਰਨੀਆਂ। ਮੰਦਰਾਂ ਦੀ ਸੇਵਾ ਤਾਂ ਚੱਲਦੀ ਰਹਿਣੀ ਜੇ ਆਪਾਂ ਆਪਣੇ ਘਰ ਦੇ ਵਿੱਚੋਂ ਲੱਕ ਬੰਨ ਕੇ ਨਾ ਲੰਗਰਾਂ ਮੰਦਰਾਂ ਦੀ ਸੇਵਾ ਵਿੱਚ ਤਨ ਮਨ ਧਨ ਕਰਕੇ ਹਿੱਸੇ ਪਾਉਣੇ ਆ। ਸਾਰੀਆਂ ਸੰਗਤਾਂ ਨੂੰ ਇਸ ਗੱਲ ਦਾ ਤੇ ਪਤਾ ਹੀ ਹੈ ਵੀ ਗੁਰੂ ਸਾਹਿਬ ਦੀ ਕਿਰਪਾ ਇਸ ਸਥਾਨ ਦੇ ਉੱਤੇ ਐਸੀ ਬਰਕਤ ਆ, ਕਿਸੇ ਗੱਲ ਦਾ ਕੋਈ ਤੋੜਾ ਨਹੀਂ। ਨਾ ਜਿਹੜੇ ਸਾਡੇ ਭਾਈਚਾਰਾ ਜਿੰਨੇ ਰਾਗੀ ਢਾਡੀ ਵਿੱਚ ਪ੍ਰਚਾਰਕ ਆਉਂਦੇ ਆ, ਸਾਰਿਆਂ ਦੀ ਬੜੀ ਵਧੀਆ ਤਰੀਕੇ ਦੇ ਨਾਲ, ਕਿਸੇ ਤਰੀਕੇ ਦੀ ਸਾਨੂੰ ਕੋਈ ਦਿੱਕਤ ਹੈ ਨਹੀਂ। ਤੁਹਾਡੀਆਂ ਦਿੱਤੀਆਂ ਰਸਤਾਂ ਬੱਤੀਆਂ, ਜੇ ਰਸਤਾਂ ਬਸਤਾਂ ਨੇ ਲੰਗਰ ਚੱਲ ਰਿਹਾ, ਸਿੰਘ ਵਰਤ ਰਹੇ ਆ, ਗੁਰੂ ਸਾਹਿਬ ਦੀਆਂ ਸੇਵਾਵਾਂ ਚੱਲ ਰਹੀਆਂ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਆਪ ਜੀਆਂ ਨੂੰ। ਮੇਰੋ ਗੁਰ ਰਖਵਾਰੋ ਮੀਤ, ਦੂਣ ਚੌਣੀ ਦੇ ਵਡਿਆਈ ਸੋਭਾ ਨੀਤਾ ਨੀਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਆਪ ਸਿੱਖ ਸੰਗਤਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਸਦਾ ਸਿੱਧ ਦਾ, ਬੁੱਧ ਦਾ ਬਿਰਧ ਕਰਤਾ। ਰੱਬ ਸੰਸਾਰ ਦੇ ਤਲ ਤੇ ਵੀ ਤੁਹਾਨੂੰ ਬਿਰਧ ਕਹੀਏ ਵੱਡਾ ਬਣਾਏ, ਤੇ ਪਰਮਾਰਥ ਦੇ ਤਲ ਤੇ ਵੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸਾਨੂੰ ਤਰੱਕੀ ਬਖਸ਼ਣ। ਅਸੀਂ ਇੱਕ ਬਾਣੀ ਤੋਂ 2 ਦੇ ਪਾਠੀ ਬਣ ਜੀ, 2 ਤੋਂ 3, 3 ਤੋਂ 4, 5 ਸ਼ਾਮ ਦੀਆਂ ਦੇ ਵੀ ਨਿਤਨੇਮੀ ਬਣ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜ ਕੇ, ਬਾਣੇ ਨਾਲ ਜੁੜ ਕੇ ਆਪਣਾ ਜਨਮ ਸਵਾਰ ਸਕੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨਵਾਦ ਸਮੂਹ ਸੰਗਤਾਂ ਦਾ। ਧੰਨਵਾਦ ਮੇਰੀ ਕੌਮ ਦੇ ਸਮੂਹ ਸ਼ਹੀਦਾਂ ਤੇ ਮੁਰੀਦਾਂ ਸਿੰਘਾਂ ਦਾ। ਇਨਹੀ ਕੇ ਪ੍ਰਸਾਦ ਸੋ ਵਿਦਿਆ ਲਹੀ, ਇਨਹੀ ਕੀ ਕਿਰਪਾ ਤੇ ਸਭ ਸਤਰ ਮਰੇ। ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ। ਜੇ ਪਾਸ ਬਹਾਲੇ ਤਾਂ ਤੋਜੇ ਆਰਾਧੀ, ਜੇ ਮਾਰ ਕੱਢੈ ਭੀ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।